ਅੱਜ ਅਸੀਂ मॉडर्न हिस्ट्री चैप्टर 14 कवर करांगे। चैप्टर 14 जिस दे विच असीं देखांगे कि लास्ट 2 ईयर्स ऑफ ब्रिटिश रूल ਹੁਣ ਤੱਕ ਅਸੀਂ 1945 ਤੱਕ ਦਾ ਆਲਮੋਸਟ 1945 ਤੱਕ ਦਾ ਜਿਹੜਾ ਪੀਰੀਅਡ ਹੈ ਉਹ ਕਵਰ ਕਰ ਚੁੱਕੇ ਹਾਂ। ਆਪਾਂ ਦੇਖਿਆ ਸੀ ਕਿ ਆਜ਼ਾਦੀ ਬਿਲਕੁਲ ਹਲੇ ਹੁਣ ਨੇੜੇ ਹੀ ਹੈਗੀ ਹੈ। ਆਹ 2 ਸਾਲ ਨੇ ਜਿਹੜੇ ਕਾਫੀ ਕਰੂਸ਼ੀਅਲ ਨੇ ਕਿ ਇਸ ਦੇ ਵਿੱਚ ਗਵਰਨਮੈਂਟ ਦਾ ਸਟੈਂਡ ਰਿਹਾ, ਕਿ ਸਾਡੇ ਇੰਡੀਅਨਸ ਦਾ ਕੀ ਕੰਟਰੀਬਿਊਸ਼ਨ ਰਹੀ ਇਹ ਚੀਜ਼ਾਂ ਦੇ ਵਿੱਚ। ਠੀਕ ਹੈ, ਤਾਂ ਆਪਾਂ ਇਹ 2 ਸਾਲ ਵਾਲਾ ਪੀਰੀਅਡ ਇਹਦੇ ਵਿੱਚ ਹੁਣ ਚੈਪਟਰ ਦੇ ਵਿੱਚ ਦੇਖਾਂਗੇ। ਠੀਕ ਹੈ, ਆਈ ਹੋਪ ਕਿ ਤੁਸੀਂ ਥੋੜ੍ਹਾ ਰਿਵਾਈਜ਼ ਕਰਕੇ ਆਉਂਦੇ ਹੋ ਚੀਜ਼ਾਂ, ਕਿਉਂਕਿ ਅਸੀਂ ਸਾਡੇ ਪੜ੍ਹਨ ਦਾ ਪੈਟਰਨ ਹੀ ਬਿਲਕੁਲ ਟਾਈਮਲਾਈਨ ਬੇਸਡ ਹੈ। ਠੀਕ ਹੈ ਨਾ, ਅਸੀਂ ਪ੍ਰੋਪਰ ਟਾਈਮਲਾਈਨ ਦੇ ਉੱਪਰ ਚੱਲ ਰਹੇ ਹਾਂ ਕਿ ਇਸ ਤੋਂ ਬਾਅਦ ਇਹ ਈਵੈਂਟ ਹੋਈ, ਫਿਰ ਇਹ ਈਵੈਂਟ ਹੋਈ, ਫਿਰ ਇਹ ਈਵੈਂਟ ਹੋਈ। ਠੀਕ ਹੈ, ਤਾਂ ਅਸੀਂ ਅਗਰ ਤੁਸੀਂ ਰਿਵਾਈਜ਼ ਕਰਕੇ ਆਉਂਦੇ ਹੋ ਤਾਂ ਇਟ ਇਜ਼ ਬੈਟਰ ਕਿ ਫਿਰ ਤੁਹਾਡੇ ਸਮਝਣ ਦੇ ਵਿੱਚ ਈਜ਼ੀ ਹੋਏਗਾ ਉਹ ਚੀਜ਼। ਠੀਕ ਹੈ, ਕਿਉਂਕਿ ਆਪਾਂ ਲਿੰਕ ਬਣਾ ਕੇ ਚੱਲਦੇ ਹਾਂ। ਆਪਾਂ ਹੁਣ ਅਸੀਂ ਜਿਹੜਾ ਲਾਸਟ ਸੈਸ਼ਨ ਸੀਗਾ, ਉਹ ਲਾਸਟ 2 ਸੈਸ਼ਨ ਸੀ ਬਲਕਿ, ਉਸ ਦੇ ਵਿੱਚ ਅਸੀਂ 1939 ਤੋਂ ਬਾਅਦ 1944 ਜਾਂ 45 ਇਹ ਵਾਲਾ ਪੀਰੀਅਡ ਕਵਰ ਕੀਤਾ ਹੈ। ਉਹ ਵੀ 2 ਪਾਰਟ ਦੇ ਵਿੱਚ ਕਵਰ ਕੀਤਾ ਹੈ। ਇੱਕ ਪੀਰੀਅਡ ਤਾਂ ਸਾਡੇ ਜਿਹੜਾ ਮੇਨਲੈਂਡ ਇੰਡੀਆ ਦੇ ਵਿੱਚ ਚੱਲ ਰਿਹਾ ਸੀਗਾ, ਠੀਕ ਹੈ, ਇੰਡੀਆ ਦੇ ਵਿੱਚ ਚੱਲ ਰਿਹਾ ਸੀ। ਇੱਕ ਆਊਟ ਆਫ ਇੰਡੀਆ, ਠੀਕ ਹੈ, ਆਊਟ ਆਫ ਇੰਡੀਆ ਯਾਨੀ ਕਿ INA। ਤਾਂ ਅਸੀਂ ਇਹ ਪੈਰਲਲੀ ਕਵਰ ਕੀਤਾ 2 ਚੀਜ਼ਾਂ, ਬਿਕਾਜ਼ ਦੋਨੇ ਜਿਹੜੇ ਟਾਈਮ ਪੀਰੀਅਡ ਸੀ ਉਹ ਸੇਮ ਸੀਗਾ। ਠੀਕ ਹੈ, ਤਾਂ ਅਸੀਂ ਸਾਰਾ ਕੁਛ ਵਿਦ ਟਾਈਮ ਲਾਈਨ ਚੱਲ ਰਹੇ ਹਾਂ, ਤਾਂ ਹਰ ਇੱਕ ਚੀਜ਼ ਦੂਸਰੀ ਚੀਜ਼ ਨਾਲ ਲਿੰਕ ਹੈਗਾ। ਇਹ ਇਸ ਲਈ ਬੈਟਰ ਹੈ ਤੁਸੀਂ ਹਰ ਚੀਜ਼ ਨੂੰ ਰਿਵਾਈਜ਼ ਕਰਕੇ ਫਿਰ ਆਇਆ ਕਰੋ। ਠੀਕ ਹੈ, ਖੁਦ ਵੀ ਪੜ੍ਹਿਆ ਕਰੋ ਉਸ ਚੀਜ਼ ਨੂੰ। ਚਲੋ ਜੀ, ਲੈਕਚਰ ਸਟਾਰਟ ਕਰਦੇ ਹਾਂ। ਲਾਸਟ 2 ਈਅਰਸ ਆਫ ਬ੍ਰਿਟਿਸ਼ ਰੂਲ। ਹੁਣ ਅਸੀਂ ਦੇਖਿਆ ਸੀਗਾ ਲਾਸਟ ਸੈਸ਼ਨ ਦੇ ਵਿੱਚ, ਠੀਕ ਹੈ, ਲਾਸਟ ਸੈਸ਼ਨ ਦੇ ਵਿੱਚ ਸਾਡੇ ਕੋਲ ਦੇਸਾਈ ਲਿਆਕਤ ਟਾਕਸ ਆਈਆਂ ਸੀਗੀਆਂ। ਠੀਕ ਹੈ, ਉਸ ਤੋਂ ਬਾਅਦ ਵੇਵਲ ਪਲਾਨ ਆਇਆ ਸੀਗਾ। ਇਹ ਸਾਰੇ ਕਿਸ ਚੀਜ਼ ਵਾਸਤੇ ਹੋ ਰਹੇ ਸੀਗੇ ਵੀ ਮੁਸਲਿਮ ਲੀਗ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੋਈ ਸਮਝੌਤਾ ਹੋ ਜੇ, ਤਾਂ ਕਿ ਜਿਹੜੀ ਡਿਵੀਜ਼ਨ ਹੈ, ਪਾਵਰ ਦੀ ਡਿਵੀਜ਼ਨ ਹੈ, ਪੋਰਟਫੋਲੀਓਜ਼ ਦੀ ਡਿਵੀਜ਼ਨ ਹੈ, ਉਹ ਪ੍ਰੋਪਰ ਹੋ ਸਕੇ। ਠੀਕ ਹੈ, ਬਟ ਇਹ ਕੋਈ ਜ਼ਿਆਦਾ ਰਿਜ਼ਲਟ ਦੇ ਨਹੀਂ ਪਾਏ ਸੀ ਆਪਾਂ ਨੂੰ। ਤਾਂ ਹੁਣ ਜਿਹੜਾ ਵੇਵਲ ਪਲਾਨ ਸੀ ਇਹ ਫੇਲ ਕਰ ਗਿਆ ਸੀਗਾ ਟੂ ਬ੍ਰੇਕ ਦਾ ਕੌਂਸਟੀਟਿਊਸ਼ਨਲ ਡੈਡਲੋਕ। ਠੀਕ ਹੈ, ਇਹਨੇ ਹਾਲੇ ਡੈਡਲੋਕ ਨੂੰ ਬ੍ਰੇਕ ਨਹੀਂ ਕੀਤਾ ਸੀ। ਡੈਡਲੋਕ ਕਿਹਦੇ ਵਿੱਚ? ਮੁਸਲਿਮ ਲੀਗ ਅਤੇ ਕਾਂਗਰਸ ਦੇ ਵਿੱਚ ਜਿਹੜਾ ਡੈਡਲੋਕ ਆਇਆ ਸੀ ਉਹ ਸੋਲਵ ਨਹੀਂ ਹੋ ਪਾਇਆ ਸੀਗਾ। ਠੀਕ ਹੈ, ਹੁਣ ਇੱਕ ਵੱਡੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਇਸ ਪੀਰੀਅਡ ਦੇ ਵਿੱਚ ਉਹ ਹੁੰਦੀ ਹੈ ਕਿ ਬ੍ਰਿਟੇਨ ਦੇ ਵਿੱਚ ਸਰਕਾਰ ਬਦਲ ਜਾਂਦੀ ਹੈ। ਹੁਣ ਇੱਥੇ ਲੇਬਰ ਗਵਰਨਮੈਂਟ ਦੀ ਸਰਕਾਰ, ਲੇਬਰ ਪਾਰਟੀ ਦੀ ਸਰਕਾਰ ਆ ਜਾਂਦੀ ਹੈ। ਕਿੱਥੇ? ਇੰਗਲੈਂਡ ਦੇ ਵਿੱਚ। ਅਸੀਂ ਪਹਿਲਾਂ ਵੀ ਦੇਖਿਆ ਸੀ ਕਿ ਜਿਹੜੀ ਲੇਬਰ ਪਾਰਟੀ ਹੈ ਇਹ ਥੋੜ੍ਹੀ ਜਿਹੀ ਇੰਡੀਆ ਪ੍ਰਤੀ ਫੇਵਰੇਬਲ ਹੈ, ਐਜ਼ ਕੰਪੇਅਰ ਟੂ ਦ ਕੰਜ਼ਰਵੇਟਿਵਸ ਬਿਲਕੁਲ ਵੀ ਇੰਡੀਆ ਬਾਰੇ ਨਹੀਂ ਸੋਚਦੇ। ਲੇਬਰ ਪਾਰਟੀ ਕੁਛ ਹੱਦ ਤੱਕ ਮੰਨੀ ਜਾਂਦੀ ਹੈ ਕਿ ਹਾਂ ਇੰਡੀਆ ਬਾਰੇ ਥੋੜ੍ਹਾ ਬਹੁਤ ਸੋਚਦੀ ਸੀਗੀ। ਠੀਕ ਹੈ, ਇਹ ਤਾਂ ਤੁਸੀਂ ਇੱਥੋਂ ਵੀ ਯਾਦ ਰੱਖਣਾ ਹੈ ਕਿ ਜਦੋਂ ਸਾਡੀ ਆਜ਼ਾਦੀ ਹੋਈ ਹੈ 1947 ਦੇ ਵਿੱਚ, ਉਸ ਟਾਈਮ ਲੇਬਰ ਪਾਰਟੀ ਦੀ ਸਰਕਾਰ ਸੀ ਇੰਗਲੈਂਡ ਦੇ ਵਿੱਚ। ਤਾਂ ਇਹ ਵੀ ਕੁਐਸਚਨ ਕਾਫੀ ਵਾਰੀ ਰਿਪੀਟ ਹੁੰਦਾ ਹੈਗਾ। ਠੀਕ ਹੈ, ਵੀ ਸਾਡੀ ਆਜ਼ਾਦੀ ਦੇ ਟਾਈਮ 'ਤੇ ਕਿਹੜੀ ਪਾਰਟੀ ਦੀ ਸਰਕਾਰ ਸੀਗੀ ਬ੍ਰਿਟੇਨ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ? ਤਾਂ ਉਹ ਲੇਬਰ ਪਾਰਟੀ ਦੀ ਸਰਕਾਰ ਸੀਗੀ। ਕਦੋਂ ਪਾਵਰ ਦੇ ਵਿੱਚ ਆਈ? ਜੁਲਾਈ 1945 ਦੇ ਵਿੱਚ। ਠੀਕ ਹੈ, ਹੁਣ ਨਵੀਂ ਸਰਕਾਰ ਆਈ ਤਾਂ ਨਵਾਂ ਪ੍ਰਧਾਨ ਮੰਤਰੀ ਆਇਆ। ਓਬਵੀਅਸ ਜੀ ਗੱਲ ਹੈ, ਕਲੀਮੈਂਟ ਐਟਲੀ ਨਵਾਂ ਸਾਡਾ ਇਹ ਪ੍ਰਧਾਨ ਮੰਤਰੀ ਆਇਆ। ਕਿੱਥੇ? ਇੰਗਲੈਂਡ ਦੇ ਵਿੱਚ। ਇੰਗਲੈਂਡ ਦਾ ਨਵਾਂ PM। ਹੁਣ ਜਿਵੇਂ PM ਬਦਲਦੇ ਸੀਗੇ ਉਵੇਂ ਸੈਕਟਰੀ ਆਫ ਸਟੇਟ ਬਦਲਦੇ ਸੀ। ਦੇਖੋ ਇਹ ਤਾਂ ਸੁਭਾਵਿਕ ਜੀ ਗੱਲ ਹੈ, ਜਦੋਂ ਵੀ ਸਰਕਾਰਾਂ ਬਦਲਦੀਆਂ ਨੇ ਅਫਸਰ ਬਦਲ ਜਾਂਦੇ ਨਾਲ ਦੇ ਨਾਲ। ਠੀਕ ਹੈ ਨਾ, ਅਫਸਰ ਬਦਲਦੇ ਨੇ, ਇਹੀ ਕਾਰਨ ਹੈ ਕਿ SOS ਵੀ ਨਾਲ ਦੇ ਨਾਲ ਚੇਂਜ ਹੋ ਜਾਂਦੇ ਨੇ। ਈਵਨ ਕਿ ਇਹ ਵੀ ਇੱਕ ਪੈਟਰਨ ਰਿਹਾ ਕਿ ਜਿਵੇਂ ਸਰਕਾਰਾਂ ਬਦਲਦੀਆਂ ਸੀ ਬ੍ਰਿਟੇਨ ਦੇ ਵਿੱਚ, ਇੰਡੀਆ ਦੇ ਵਿੱਚ ਵਾਇਸਰੋਏ ਬਦਲ ਜਾਂਦਾ ਸੀਗਾ। ਵਾਇਸਰੋਏ ਜਾਂ ਉਸ ਤੋਂ ਪਹਿਲਾਂ ਜਿਹੜਾ ਗਵਰਨਰ ਜਨਰਲ ਹੈ ਉਹ ਹੀ ਬਦਲ ਜਾਂਦਾ ਹੁੰਦਾ ਸੀਗਾ। ਇਹ ਇੱਕ ਚੀਜ਼ ਰਹੀ ਹੈ ਇੰਡੀਆ ਦੇ ਵਿੱਚ। ਮੈਕਸੀਮਮ ਟਾਈਮ ਇਹ ਚੀਜ਼ ਹੁੰਦੀ ਹੈ ਵੀ ਜਦੋਂ ਬ੍ਰਿਟੇਨ ਦੇ ਵਿੱਚ ਸਰਕਾਰ ਬਦਲਦੀ ਸੀ ਤਾਂ ਵਾਇਸਰੋਏ ਹੈ ਜਿਹੜਾ ਗਵਰਨਰ ਜਨਰਲ ਹੈ ਉਹ ਬਦਲ ਜਾਂਦਾ ਸੀਗਾ। ਇਹੀ ਚੀਜ਼ ਇੱਥੇ ਹੁੰਦੀ ਸੀਗੀ। ਨਵਾਂ SOS ਆ ਜਾਂਦਾ ਸੀਗਾ। ਕੌਣ ਆਇਆ ਸੀ? ਉਹ ਪੈਥਿਕ ਲੌਰੈਂਸ। ਇਹਦੀ ਇੰਪੋਰਟੈਂਸ ਕਾਫੀ ਹੈ ਜੀ, ਆਪਾਂ ਅੱਗੇ ਪੜ੍ਹਾਂਗੇ। ਠੀਕ ਹੈ, ਤਾਂ ਦੋਨੇ ਨਾਮ ਯਾਦ ਰੱਖਣੇ ਨੇਗੇ। ਕਲੀਮੈਂਟ ਐਟਲੀ ਉਸ ਟਾਈਮ ਪ੍ਰਾਈਮ ਮਿਨਿਸਟਰ ਸੀਗਾ ਅਤੇ ਪੈਥਿਕ ਲੌਰੈਂਸ ਉਸ ਟਾਈਮ SOS ਸੀਗਾ, ਸੈਕਟਰੀ ਆਫ ਸਟੇਟ ਫॉर ਇੰਡੀਆ। ਹੁਣ ਦੇਖੋ, ਅਸੀਂ ਜਦੋਂ 1937 ਦੀ ਇਲੈਕਸ਼ਨ ਦੇਖੇ ਸੀਗੇ ਉਦੋਂ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਨੈਕਸਟ ਇਲੈਕਸ਼ਨ ਅਸੀਂ ਇੰਪੋਰਟੈਂਟ ਹੋਣਗੇ ਉਹ ਹੋਣਗੇ 1945-46 ਦੇ ਵਿੱਚ। ਠੀਕ ਹੈ, ਇਸ ਦੇ ਵਿੱਚ ਅਸੀਂ ਦੇਖਿਆ ਸੀ ਕਿ ਜਿਹੜੀ ਕਾਂਗਰਸ ਦੀ ਪਰਫੋਰਮੈਂਸ ਸੀ ਕਾਫੀ ਇੰਪ੍ਰੈਸਿਵ ਸੀਗੀ। ਠੀਕ ਹੈ, ਆਲਮੋਸਟ 7-8 ਸਟੇਟਸ ਦੇ ਵਿੱਚ ਇਹਨਾਂ ਨੇ ਪਾਵਰ ਲੈ ਲਈ ਸੀਗੀ। ਠੀਕ ਹੈ, ਜਿਹੜੀ ਬਾਅਦ ਦੇ ਵਿੱਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਅਤੇ ਅਸਾਮ ਦੇ ਵਿੱਚ ਵੀ ਇਹਨਾਂ ਨੇ ਕੋਲੀਸ਼ਨ ਗਵਰਨਮੈਂਟ ਬਣਾ ਲਈਆਂ ਸੀਗੀਆਂ। ਕਦੋਂ? 1937 ਦੇ ਵਿੱਚ। ਅਸੀਂ ਇਹ ਵੀ ਦੇਖਿਆ ਸੀ ਕਿ ਸਿੰਧ ਦੇ ਵਿੱਚ ਅਤੇ ਬੰਗਾਲ ਦੇ ਵਿੱਚ ਅਤੇ ਪੰਜਾਬ ਦੇ ਵਿੱਚ, ਇਹਨਾਂ 3 ਸਟੇਟਸ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣੀ ਸੀਗੀ। ਸਿੰਧ, ਬੰਗਾਲ, ਪੰਜਾਬ। ਠੀਕ ਹੈ, ਇਹ ਧਿਆਨ ਰੱਖਣਾ ਹੈ। 1937 ਦੀ ਗੱਲ ਕਰ ਰਿਹਾ ਮੈਂ। ਠੀਕ ਹੈ, ਹੁਣ ਕੀ ਹੋਇਆ, ਅਸੀਂ ਇੱਕ ਚੀਜ਼ ਹੋਰ ਵੀ ਦੇਖੀ ਸੀ ਵੀ ਕਾਂਗਰਸ ਨੇ ਤਾਂ ਵਧੀਆ ਪਰਫੋਰਮ ਕੀਤਾ। ਠੀਕ ਹੈ,
ਬਟ ਮੁਸਲਿਮ ਲੀਗ ਨੇ 1937 ਦੇ ਵਿੱਚ ਬਿਲਕੁਲ ਵੀ ਵਧੀਆ ਪਰਫਾਰਮ ਨਹੀਂ ਕੀਤਾ ਸੀਗਾ, ਬਿਲਕੁਲ ਵੀ ਵਧੀਆ ਪਰਫਾਰਮ ਨਹੀਂ ਕੀਤਾ ਸੀਗਾ। ਇਹ ਚੀਜ਼ ਹੈਗੀ ਹੈ। ਤਾਂ 1937 ਦੇ ਵਿੱਚ ਚਾਹੇ ਜਿਹੜੀ ਸਾਡੀ ਪੋਜੀਸ਼ਨ ਹੈ ਕਾਂਗਰਸ ਸੀ ਉਹ ਅੱਛੀ ਰਹੀ ਸੀਗੀ, ਅਤੇ ਅਸੀਂ ਦੇਖਿਆ ਸੀ ਮੁਸਲਿਮ ਲੀਗ ਦੀ ਪੋਜੀਸ਼ਨ ਬਿਲਕੁਲ ਹੀ ਖਰਾਬ ਸੀਗੀ, ਉਹ ਕਿਤੇ ਵੀ ਕੁਝ ਵੀ ਪਰਫਾਰਮ ਨਹੀਂ ਕਰ ਪਾਈ ਸੀ। ਠੀਕ ਹੈ, ਇੱਕ ਚੀਜ਼ ਹੋਰ ਇੱਥੇ ਆਉਂਦੀ ਹੈ ਕਿ 1937 ਦੇ ਵਿੱਚ ਕਾਂਗਰਸ ਅਤੇ ਮੁਸਲਿਮ ਲੀਗ ਨੇ ਇੱਕ ਸੀਕਰੇਟ ਐਗਰੀਮੈਂਟ ਸਾਈਨ ਕੀਤਾ ਸੀਗਾ, ਕਾਂਗਰਸ ਅਤੇ ਮੁਸਲਿਮ ਲੀਗ ਨੇ, ਕਿ ਸਾਡੇ 'ਚੋਂ ਕੋਈ ਵੀ ਕਿੰਨੇ ਵੀ ਜਿੱਤਦਾ ਹੈਗਾ, ਸਾਡੇ ਤੋਂ ਕੋਈ ਵੀ ਜਿੱਤਦਾ ਹੈਗਾ, ਅਸੀਂ ਇੱਕ ਪ੍ਰੋਪਰ ਪਾਵਰ ਸ਼ੇਅਰ ਕਰਾਂਗੇ। ਠੀਕ ਹੈ ਨਾ, ਮਤਲਬ ਜਿਹੜੀ ਸਰਕਾਰ ਬਣੂਗੀ, ਸਾਡੀਆਂ ਸਰਕਾਰਾਂ ਬਣਨਗੀਆਂ ਅਸੈਂਬਲੀਜ਼ ਦੇ ਵਿੱਚ, ਅਸੀਂ ਇੱਕ ਪਾਵਰ ਸ਼ੇਅਰਿੰਗ ਪ੍ਰੋਪਰ ਕਰਾਂਗੇ। ਇਹਨਾਂ 'ਚ ਇੱਕ ਸੀਕਰੇਟ ਐਗਰੀਮੈਂਟ ਸੀਗਾ। ਬਟ ਜਦੋਂ ਮੁਸਲਿਮ ਲੀਗ ਨੇ ਬਿਲਕੁਲ ਵੀ ਪਰਫਾਰਮ ਨਹੀਂ ਕਰ ਪਾਈ, ਤਾਂ ਕਾਂਗਰਸ ਨੇ ਕਿਹਾ ਜਾਂਦਾ ਕਿ ਜਿਹੜਾ ਐਗਰੀਮੈਂਟ ਸੀ ਉਹਨੂੰ ਡਿਕਲਾਈਨ ਕਰਤਾ ਮੰਨਣ ਤੋਂ, ਵੀ ਤੁਸੀਂ ਤਾਂ ਯਾਰ ਕੁਝ ਵੀ ਨਹੀਂ ਜਿੱਤ ਪਾਏ ਹੈਗੇ, ਹੁਣ ਤੁਹਾਨੂੰ ਤਾਂ ਲੋਕਾਂ ਨੇ ਬਿਲਕੁਲ ਰਿਜੈਕਟ ਕਰਤਾ, ਤੁਹਾਨੂੰ ਤਾਂ ਪਾਵਰ ਦੇਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਠੀਕ ਹੈ, ਤਾਂ ਇਸ ਤੋਂ ਬਾਅਦ ਇਹ ਇੱਕ ਡਿਸਾਈਡਿੰਗ ਫੈਕਟਰ ਬਣਦਾ ਹੈ 1937 ਦੇ ਇਲੈਕਸ਼ਨ ਨੇ ਜਿਹੜੇ, ਉਹ ਇੱਕ ਡਿਸਾਈਡਿੰਗ ਫੈਕਟਰ ਬਣਦਾ ਹੈ ਜਦੋਂ ਕਿ ਮੁਸਲਿਮ ਲੀਗ ਬਿਲਕੁਲ ਹੀ ਡਿਫਰੈਂਟ ਚਾਰਟਰ 'ਤੇ ਡਿਫਰੈਂਟ ਰਸਤੇ 'ਤੇ ਚੱਲਣ ਲੱਗੀ ਸੀ। ਠੀਕ ਹੈ, ਇਸ ਤੋਂ ਬਾਅਦ ਜਿਹੜੀ ਇੰਟੈਂਸ ਹੋਈ ਸੀ ਪਾਰਟੀਸ਼ਨ ਦੀ ਡਿਮਾਂਡ ਵੀ, ਐਂਡ ਜਿਹੜੀ ਮਤਲਬ ਬਿਲਕੁਲ ਹੀ ਅਲੱਗ ਜਾਣ ਦਾ, ਆਪਾਂ ਨੇ ਦੇਖਿਆ ਸੀ ਕਿ ਮੁਸਲਿਮ ਲੀਗ ਪਹਿਲਾਂ ਵਧੀਆ ਸੀਗੀ, ਠੀਕ ਸੀਗੀ, ਕੋਈ ਇੰਨੀ ਮਤਲਬ ਬੁਰੀ ਨਹੀਂ ਸੀਗੀ, ਬਟ ਇਸ ਤੋਂ ਬਾਅਦ ਹੁਣ ਉਹ ਬਿਲਕੁਲ ਹੀ ਡਿਫਰੈਂਟ ਪਾਥ ਚੱਲ ਪਈ। ਇਹੀ ਕਾਰਨ ਹੈ ਕਿ ਇਸ ਤੋਂ ਬਾਅਦ ਜਿਹੜਾ ਕਮਿਊਨਲਿਜ਼ਮ ਹੈ, ਸੰਪਰਦਾਇਕਤਾ ਹੈਗੀ, ਸੰਪਰਦਾਇਕਵਾਦ ਹੈ, ਉਹ ਜ਼ਿਆਦਾ ਵੱਧ ਗਿਆ ਸੀਗਾ ਕਮਿਊਨਲਿਜ਼ਮ, ਕਿਸ ਤੋਂ ਬਾਅਦ 1937 ਦੇ ਇਲੈਕਸ਼ਨਸ ਤੋਂ ਬਾਅਦ। ਠੀਕ ਹੈ, ਹੁਣ ਇਹ ਸਭ ਮੈंने ਕਿਉਂ ਦੱਸਿਆ ਤੁਹਾਨੂੰ, ਜਦੋਂ ਇੰਨਾ ਸੰਪਰਦਾਇਕਤਾ ਵੱਧ ਗਈ, ਇੰਨਾ ਕਮਿਊਨਲਿਜ਼ਮ ਵੱਧ ਗਈ, ਅਤੇ ਹੁਣ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਠੀਕ ਠਾਕ ਪਰਫਾਰਮ ਕੀਤਾ, ਨੋ ਡਾਊਟ, ਜਿਵੇਂ ਪਹਿਲਾਂ ਕੀਤਾ ਸੀ ਉੱਦਾਂ ਹੀ ਕੀਤਾ 1945-46 ਦੇ ਇਲੈਕਸ਼ਨ 'ਚ। ਠੀਕ ਹੈ, ਮਦਰਾਸ, ਬੰਬੇ, ਇਹ ਕੁਝ ਸਟੇਟਸ ਜਿਸ 'ਚ ਅੱਛਾ ਪਰਫਾਰਮ ਕੀਤਾ। ਠੀਕ ਹੈ, ਅਤੇ ਈਵਨ ਕਿ ਪੰਜਾਬ ਦੇ ਵਿੱਚ ਵੀ ਕੋਲੀਸ਼ਨ ਗਵਰਨਮੈਂਟ ਬਣਾਈ, ਕਿਹਦੇ ਨਾਲ, ਯੂਨੀਅਨਿਸਟ, ਕਾਂਗਰਸ, ਅਕਾਲੀਆਂ ਨਾਲ ਇੱਕ ਕੋਲੀਸ਼ਨ ਗਵਰਨਮੈਂਟ ਬਣਾਈ, ਕਿਹਨੇ, ਕਾਂਗਰਸ ਨੇ। ਬਟ ਇੱਥੇ ਜਿਹੜਾ ਚੇਂਜ ਮੇਨ ਚੇਂਜ ਕੀ ਆਉਂਦਾ ਹੈਗਾ, ਤਾਂ ਕੀ ਗੱਲ ਹੈਗੀ, ਉਹ ਜਿਹੜੀ ਮੁਸਲਿਮ ਲੀਗ ਹੈ ਉਹਨੇ ਵੀ ਅੱਛਾ ਪਰਫਾਰਮ ਕੀਤਾ, ਕਿੱਥੇ ਬੰਗਾਲ ਅਤੇ ਸਿੰਧ ਦੇ ਵਿੱਚ। ਇੱਥੇ ਦੇਖੋ ਪਹਿਲਾਂ ਵੀ ਕਾਂਗਰਸ ਨੇ ਅੱਛਾ ਨਹੀਂ ਕੀਤਾ ਸੀਗਾ, ਕਾਂਗਰਸ ਇੱਥੇ ਪਹਿਲਾਂ ਵੀ ਬੁਰੀ ਸੀਗੀ। ਠੀਕ ਹੈ, ਭਾਰਤ ਸਰਕਾਰ ਨਹੀਂ ਬਣਾ ਪਾਈ ਸੀ ਦੋਨਾਂ ਦੇ ਵਿੱਚ, ਬੰਗਾਲ ਸਿੰਧ ਦੇ ਵਿੱਚ, ਬਟ ਮੁਸਲਿਮ ਲੀਗ ਤਾਂ ਕਿਤੇ ਵੀ ਨਹੀਂ ਸੀਗੀ। ਇੱਥੇ ਵੱਡਾ ਚੇਂਜ ਕੀ ਆਉਂਦਾ ਹੈ, ਹੁਣ ਇੱਥੇ ਮੁਸਲਿਮ ਲੀਗ ਨੇ ਬੰਗਾਲ ਅਤੇ ਸਿੰਧ ਦੇ ਵਿੱਚ ਸਰਕਾਰ ਬਣਾ ਲਈ ਸੀ। ਉਹਦਾ ਵੱਡਾ ਕਾਰਨ ਇਹੀ ਹੈ, ਕਮਿਊਨਲਿਜ਼ਮ, ਸੰਪਰਦਾਇਕਤਾ। ਠੀਕ ਹੈ, ਇੱਥੇ ਆ ਕੇ ਜਿਹੜੇ ਮੁਸਲਮਾਨ ਸੀ, ਹਿੰਦੂ ਸੀ, ਉਹ ਜ਼ਿਆਦਾ ਵੰਡੇ ਜਾਣ ਲੱਗ ਗਏ। ਉਹਦਾ ਕਾਰਨ ਇਹੀ ਸੀ ਕਿ ਸਾਡੀ ਜਿਹੜੀ ਹੁਣ ਰਾਜਨੀਤੀ ਸੀ ਉਹ ਧਰਮ ਬੇਸਡ ਹੋਣ ਲੱਗੀ ਸੀ। ਉਹ ਧਰਮ ਬੇਸਡ ਹੋਣ ਦਾ ਕਾਰਨ ਇਹੀ ਸੀਗਾ ਕਿ ਮੁਸਲਿਮ ਲੀਗ ਹੁਣ ਪਾਵਰ ਚਾਹੁੰਦੀ ਸੀ ਕਿਸੇ ਵੀ ਤਰ੍ਹਾਂ 'ਤੇ, ਉਹਨੂੰ ਸਿੱਧੇ ਰਸਤੇ ਤੋਂ ਪਾਵਰ ਨਹੀਂ ਮਿਲ ਰਹੀ ਸੀ, ਤਾਂ ਹੁਣ ਫਿਰ ਉਹ ਜਿਹੜਾ ਸੰਪਰਦਾਇਕਵਾਦ ਦਾ, ਜਿਵੇਂ ਹੁਣ ਅਸੀਂ ਅੱਜ ਕੱਲ੍ਹ ਵੀ ਦੇਖਦੇ ਹਾਂ, ਜਿਹੜੇ ਸਾਡੇ ਲੀਡਰਸ ਨੇ ਜਿਹੜੇ ਸੰਪਰਦਾਇਕਤਾ ਫੈਲਾ ਕੇ ਆਪਣੇ ਆਪ ਨੂੰ ਪਾਵਰ ਦੇ ਵਿੱਚ ਲਿਆਉਣਾ ਚਾਹੁੰਦੇ ਨੇ, ਇਹੀ ਚੀਜ਼ ਮੁਸਲਿਮ ਲੀਗ ਨੇ ਕਰਨੀ ਚਾਹੀ ਸੀਗੀ, ਅਤੇ ਉਸ ਦਾ ਉਹਨਾਂ ਨੂੰ ਪੋਜ਼ੀਟਿਵ ਰਿਜ਼ਲਟ ਵੀ ਮਿਲਿਆ, ਉਹ ਪਾਵਰ ਦੇ ਵਿੱਚ ਆਈ ਵੀ ਮੁਸਲਿਮ ਲੀਗ। ਠੀਕ ਹੈ, ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ 37 ਦੇ ਇਲੈਕਸ਼ਨ ਵੇਲੇ ਕਿਹਾ ਸੀ, ਤੁਸੀਂ ਯਾਦ ਰੱਖਣਾ ਵੀ ਮੁਸਲਿਮ ਲੀਗ ਦੀ ਜਿਹੜੀ ਪਰਫਾਰਮੈਂਸ ਹੈ ਪੂਰ ਰਹੀ ਸੀ ਇਲੈਕਸ਼ਨ ਦੇ ਵਿੱਚ, ਬਟ ਇੱਥੇ ਬਿਲਕੁਲ ਸਹੀ ਰਹੀ ਸੀ। ਠੀਕ ਹੈ ਜੀ, ਹੁਣ ਦੇਖੋ ਇਲੈਕਸ਼ਨਸ ਹੋ ਗਏ, ਅਤੇ ਅਸੀਂ ਇਹ ਵੀ ਦੇਖਿਆ ਸੀ ਕਿ ਅਗਸਤ 1945 ਦੇ ਵਿੱਚ ਜਾਪਾਨ ਨੇ ਸਰੈਂਡਰ ਕਰਤਾ ਸੀਗਾ, ਕਿਹਦੇ ਅੱਗੇ, ਇੰਗਲੈਂਡ ਦੇ ਅੱਗੇ, ਕਿਹਦੇ ਵਿੱਚ, ਵਰਲਡ ਵਾਰ 2 ਦੇ ਵਿੱਚ ਸਰੈਂਡਰ ਕਰਤਾ ਸੀ ਜਾਪਾਨ ਨੇ, ਅਤੇ ਨਾਲ ਹੀ ਆਈ ਐਨ ਨੇ ਵੀ ਸਰੈਂਡਰ ਕਰਤਾ ਸੀਗਾ। ਜਿਹੜੀ ਸਾਡੀ ਇੰਡੀਅਨ ਨੈਸ਼ਨਲ ਆਰਮੀ ਸੀ ਉਸਨੇ ਵੀ 15 ਅਗਸਤ ਨੂੰ ਸਰੈਂਡਰ ਕਰਤਾ ਸੀਗਾ ਨਾਲ ਹੀ। ਠੀਕ ਹੈ, ਹੁਣ ਜਿਹੜੇ ਉਹ ਸਰੈਂਡਰ ਕਰਤਾ ਸੀ, ਬਟ ਫੌਜੀ ਤਾਂ ਫਿਰ ਵੀ ਹੈਗੇ ਸੀਗੇ। ਠੀਕ ਹੈ, ਹੁਣ ਕਿਹਾ ਦੇਖੋ ਇੱਕ ਤਰ੍ਹਾਂ ਦੇ ਉਹ ਬ੍ਰਿਟਿਸ਼ ਆਰਮੀ ਦੇ ਫੌਜੀ ਸੀਗੇ, ਅਤੇ ਉਹਨਾਂ ਨੇ ਆਪਣੀ ਹੀ ਆਰਮੀ ਦੇ ਖਿਲਾਫ ਵਿਰੋਧ ਕੀਤਾ, ਇੱਕ ਰਿਵੋਲਟ ਕੀਤਾ ਜਾਂ ਜੰਗ ਛਿੜੀ ਆਪਦੀ ਆਰਮੀ ਦੇ ਖਿਲਾਫ। ਤਾਂ ਇਟ ਵਾਜ਼ ਅ ਬਿਗ ਕ੍ਰਾਈਮ, ਉਹਨਾਂ ਦੇ ਹਿਸਾਬ ਨਾਲ, ਅੰਗਰੇਜ਼ਾਂ ਦੇ ਹਿਸਾਬ ਨਾਲ ਇਹ ਵੱਡਾ ਕ੍ਰਾਈਮ ਸੀਗਾ। ਤਾਂ ਫਿਰ ਜਿਹੜੇ ਇਹ INA ਦੇ ਫੌਜੀ ਸੀਗੇ, ਇਹਨਾਂ ਦੇ ਟਰਾਇਲ ਚੱਲੇ, ਇਹਨਾਂ ਦੇ ਮਿਲਟਰੀ ਕੋਡ ਦੇ ਵਿੱਚ ਮਾਰਸ਼ਲ ਲਾਅ ਦੇ ਆਪਣਾ ਕੋਰਟ ਮਾਰਸ਼ਲ ਚੱਲੇ ਇਹਨਾਂ ਦੇ ਉੱਪਰ। ਠੀਕ ਹੈ ਨਾ, ਤਾਂ ਉਹ ਜਿਹੜੇ ਟਰਾਇਲਸ ਚੱਲੇ, ਪਹਿਲੇ ਜਿਹੜੇ ਟਰਾਇਲ ਸੀ ਉਹ ਲਾਲ ਕਿਲ੍ਹੇ ਦੇ ਵਿੱਚ ਹੋਏ, ਰੈੱਡ ਫੋਰਟ ਦੇ ਵਿੱਚ ਹੋਏ। ਇੰਪੋਰਟੈਂਟ ਹੈ ਜੀ, ਇਹ ਵੀ ਪੁੱਛਿਆ ਜਾ ਸਕਦਾ ਵੀ ਕਿੱਥੇ ਹੋਏ ਟਰਾਇਲਸ ਪਹਿਲੇ, ਤਾਂ ਪਹਿਲੇ ਟਰਾਇਲਸ ਰੈੱਡ ਫੋਰਟ ਦੇ ਵਿੱਚ ਹੋਏ। ਜਿਹੜਾ ਕਿ ਪਹਿਲਾ ਬੈਚ ਸੀ ਉਹ ਇੱਕ ਖਾਸ ਇੰਪੋਰਟੈਂਟ ਇਸ ਕਰਕੇ ਬਣ ਜਾਂਦਾ ਹੈ ਕਿ ਜਿਹੜੇ ਬ੍ਰਿਟਿਸ਼ ਆਰਮੀ ਦੇ 3 ਅਫਸਰ ਸੀਗੇ, ਪ੍ਰੇਮ ਕੁਮਾਰ ਸਹਿਗਲ, ਸ਼ਾਹਨਵਾਜ਼ ਖਾਨ ਅਤੇ ਗੁਰਬਖਸ਼ ਸਿੰਘ ਢਿੱਲੋਂ, ਜਾਣਬੁੱਝ ਕੇ ਸਰਕਾਰ ਨੇ ਤਿੰਨੇ ਅਲੱਗ-ਅਲੱਗ ਧਰਮਾਂ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਇਕੱਠਾ ਕਰਕੇ ਟਰਾਇਲ ਕੀਤਾ। ਠੀਕ ਹੈ, ਤਾਂ ਇਹ ਤਿੰਨੋਂ ਨਾਮ ਜਿਹੜੇ ਹਾਊਸ ਹੋਲਡ ਨਾਮ ਬਣ ਗਏ ਸੀਗੇ, ਮਤਲਬ ਸਾਰੇ ਦੇਸ਼ ਦੇ ਵਿੱਚ ਪੂਰੀ ਬਹੁਤ ਚਰਚਿਤ ਹੋ ਗਏ ਸੀਗੇ ਵੀ ਹਾਂ ਇਹਨਾਂ ਨੂੰ ਟਰਾਇਲ ਕੀਤਾ ਜਾ ਰਿਹਾ ਇਹਨਾਂ ਦਾ। ਠੀਕ ਹੈ, ਇਹਨਾਂ ਦਾ ਕੇਸ ਚੱਲ ਰਿਹਾ ਹੈਗਾ, ਕਿਉਂਕਿ ਇਹ INA ਦੇ ਸੋਲਜਰ ਸੀਗੇ, INA ਦੇ ਅਫਸਰ ਸੀਗੇ ਪਹਿਲਾਂ। ਠੀਕ ਹੈ, ਤਾਂ ਇਹ ਚੀਜ਼ ਸੀਗੀ। ਤਾਂ ਹੁਣ ਇਹਨਾਂ ਜਿਹੜੇ INA ਸੀ, ਇਹਨਾਂ ਦੇ ਟਰਾਇਲਸ ਦੇ ਖਿਲਾਫ
ਸਾਰੇ ਦੇਸ਼ ਭਰ ਦੇ ਵਿੱਚ ਐਜੀਟੇਸ਼ਨ ਹੋਈ, ਪ੍ਰੋਟੈਸਟ ਹੋਏ ਕਿ ਨਹੀਂ, ਸਾਡੇ ਜਿਹੜੇ INA ਦੇ ਸੋਲਜਰਸ ਨੇ ਉਹਨਾਂ ਨੂੰ ਤੁਸੀਂ ਰਿਲੀਜ਼ ਕਰੋ, ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ। ਤਾਂ ਇਹ ਜਿਹੜੀ ਐਜੀਟੇਸ਼ਨ ਹੈ, ਅਸੀਂ ਇਸ ਨੂੰ ਕਹਿੰਦੇ ਹਾਂ INA ਐਜੀਟੇਸ਼ਨ। ਕਿਉਂ ਹੋਈ ਸੀ ਇਹ? ਜਿਹੜੇ INA ਟਰਾਇਲਸ ਨੇ ਉਹਨਾਂ ਦੇ ਖਿਲਾਫ ਵੀ ਸਾਡੇ ਜਿਹੜੇ ਸੋਲਜਰ ਨੇ, ਸਾਡੇ ਸਿਪਾਹੀ ਨੇ INA ਦੇ, ਤੁਸੀਂ ਉਹਨਾਂ ਨੂੰ ਤੰਗ ਨਹੀਂ ਕਰਨਾ ਹੈਗਾ, ਉਹਨਾਂ ਨੂੰ ਕੋਰਟ ਮਾਰਸ਼ਲ ਨਹੀਂ ਕਰਨਾ, ਉਹਨਾਂ ਨੂੰ ਸਜ਼ਾ ਨਹੀਂ ਦੇਣੀ, ਉਹਨਾਂ ਨੂੰ ਰਿਹਾ ਕਰੋ ਤੁਸੀਂ, ਠੀਕ ਹੈ। ਤਾਂ ਇਸ ਚੀਜ਼ ਵਾਸਤੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਹੋਏ, ਐਜੀਟੇਸ਼ਨਸ ਹੋਏ, ਕੈਂਪੇਨਸ ਹੋਈਆਂ ਟੂ ਰਿਲੀਜ਼ INA ਪ੍ਰਿਜ਼ਨਰਸ, ਠੀਕ ਹੈ। ਨਵੰਬਰ ਦੇ ਵਿੱਚ ਦੇਖੋ, ਧਿਆਨ ਦੇਣਾ ਹੈ, ਅਗਸਤ ਦੇ ਵਿੱਚ ਹਾਲੇ ਸਰੈਂਡਰ ਕੀਤਾ ਹੈ, ਟਰਾਇਲਸ ਚੱਲ ਰਹੇ ਨੇ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਜਸਟ 3 ਮਹੀਨੇ ਬਾਅਦ ਹੀ, ਮਤਲਬ ਬਿਲਕੁਲ ਹੀ ਇਨਸਟੈਂਟ ਸੀ ਜਿਹੜੀ ਇਹ ਐਜੀਟੇਸ਼ਨ ਸੀਗੀ, ਲੋਕ ਬਿਲਕੁਲ ਇਕੱਠੇ ਹੋ ਕੇ ਆ ਰਹੇ ਸੀਗੇ। ਨਵੰਬਰ ਦੇ ਵਿੱਚ ਇੱਕ INA ਡੇ ਸੈਲੀਬ੍ਰੇਟ ਕੀਤਾ ਗਿਆ, ਮਤਲਬ ਉਹੀ ਕਿ ਜਸਟ ਸਿੰਬੋਲਿਕ, ਜਸਟ ਮਤਲਬ ਇੱਕ ਸਪੋਰਟ ਸ਼ੋ ਕਰਨ ਵਾਸਤੇ ਕਿ ਹਾਂ ਅਸੀਂ ਅੱਜ ਇੱਕ INA ਡੇ ਸੈਲੀਬ੍ਰੇਟ ਕਰ ਰਹੇ ਹਾਂ ਇਨ ਸਪੋਰਟ ਆਫ INA ਪ੍ਰਿਜ਼ਨਰਸ, ਠੀਕ ਹੈ। ਉਸ ਨਾਲ ਹੀ INA ਵੀਕ ਵੀ ਸੈਲੀਬ੍ਰੇਟ ਕੀਤਾ ਗਿਆ। ਤੁਸੀਂ ਹੋ ਸਕਦਾ ਯਾਦ ਕਰ ਲਓ, ਵੈਸੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਟ ਅਗਰ ਹੁੰਦਾ ਤਾਂ ਕਰ ਲਓ ਕਿ ਨਵੰਬਰ ਦੇ ਵਿੱਚ ਜਿਹੜਾ INA ਵੀਕ ਤੇ INA ਡੇ ਸੈਲੀਬ੍ਰੇਟ ਕੀਤਾ ਗਿਆ ਸੀ। ਕਿਹੜੇ ਸਾਲ ਦੇ ਵਿੱਚ? ਉਸ ਸਾਲ ਦੇ ਵਿੱਚ ਜਦੋਂ ਕਿ INA ਤੇ ਜਾਪਾਨ ਨੇ ਸਰੈਂਡਰ ਕੀਤਾ ਸੀਗਾ। ਇਸੇ ਐਜੀਟੇਸ਼ਨ ਦੇ ਅੰਡਰ ਇੱਕ ਹੋਰ ਇੰਪੋਰਟੈਂਟ ਜਿਹੜੀ ਕਾਫੀ ਚੀਜ਼ ਆਉਂਦੀ ਹੈ, ਉਹ ਆਉਂਦੀ ਹੈ ਸਟ੍ਰਾਈਕ ਬਾਏ ਇੰਡੀਅਨ ਨੇਵੀ। ਰਾਇਲ ਇੰਡੀਅਨ ਨੇਵੀ ਦੀ ਜਿਹੜੀ ਰੇਟਿੰਗਸ ਨੇ, ਤੁਸੀਂ ਬਸ ਨੇਵੀ ਹੀ ਸਮਝ ਲਓ, ਠੀਕ ਹੈ, ਨੇਵੀ ਹੀ ਸਮਝੋ ਤੁਸੀਂ, ਹੋਰ ਕੁਛ ਨਾ ਸਮਝੋ। ਬਸ ਇੱਕ ਟੈਕਨੀਕਲ ਟਰਮ ਯਾਦ ਜ਼ਰੂਰ ਕਰੋ ਕਿਉਂਕਿ ਪੇਪਰ ਦੇ ਵਿੱਚ ਇਹੀ ਟਰਮ ਹੀ ਪੁੱਛੀ ਜਾਊਗੀ ਕਿ ਰਾਇਲ ਇੰਡੀਅਨ ਨੇਵੀ ਦੇ ਰੇਟਿੰਗਸ, ਤੇ ਸਮਝਣ ਵਾਸਤੇ ਤੁਸੀਂ ਇਹ ਸਮਝੋ ਕਿ ਇਹ ਨੇਵੀ ਹੀ ਹੈ ਬਸ, ਠੀਕ ਹੈ, ਹੋਰ ਕੁਛ ਨਹੀਂ ਸੋਚਣਾ ਆਪਾਂ ਨੇ। ਤਾਂ ਇਸ INA ਐਜੀਟੇਸ਼ਨ ਦਾ ਹੀ ਇੱਕ ਪਾਰਟ ਸੀ ਕਿ ਇਸ ਜਿਹੜੇ ਇਹ ਲੋਕ ਨੇ, ਇਹ ਨੇਵੀ ਦੇ ਸਿਪਾਹੀ ਸੀ ਸਾਡੇ, ਇਹਨਾਂ ਨੇ ਵੀ ਆਪਣੇ ਸਟ੍ਰਾਈਕ ਕਰਤੀ। ਇਹ ਕਿਹੜੇ ਸੀਗੇ ਰੇਟਿੰਗਸ? ਇੱਕ ਸਾਡੀ ਤੁਸੀਂ ਵਾਰਸ਼ਿਪ ਕਹਿ ਸਕਦੇ ਹੋ, ਵਾਰਸ਼ਿਪ ਸੀਗੀ HMIS ਤਲਵਾਰ, ਜਿਵੇਂ ਸਾਡੀਆਂ ਮਤਲਬ ਵਾਰਸ਼ਿਪਸ ਹੁੰਦੀਆਂ ਨੇਗੀਆਂ, ਸ਼ਿਪਸ ਹੁੰਦੀਆਂ ਨੇ ਸਿੰਪਲੀ ਨੇਵੀ ਦੀਆਂ, ਨੇਵਲ ਸ਼ਿਪ ਕਹਿ ਸਕਦੇ ਆਪਾਂ। ਤਾਂ ਉਹ ਇੱਕ ਨੇਵਲ ਸ਼ਿਪ ਦਾ ਨਾਮ ਹੈ HMIS ਤਲਵਾਰ, ਠੀਕ ਹੈ। ਤਾਂ ਉੱਥੋਂ ਦੇ ਜਿਹੜੇ ਨੇਵਲ ਆਫਿਸਰ ਸੀਗੇ, ਨੇਵਲ ਸੋਲਜਰ ਸੀ, ਉਹ ਹੜਤਾਲ 'ਤੇ ਚਲੇ ਗਏ, ਉਹ ਸਟ੍ਰਾਈਕ 'ਤੇ ਚਲੇ ਗਏ, ਠੀਕ ਹੈ। ਕਿਹਦੇ ਵਿੱਚ, ਕਿਸ ਬੇਸ 'ਤੇ, ਕਿਸ ਕਾਰਨ ਕਰਕੇ, ਕਿਸ ਰੀਜ਼ਨ ਕਰਕੇ? ਇਹਦੇ ਪ੍ਰੋਟੈਸਟ ਦੇ ਵਿੱਚ ਹੀ INA ਟਰਾਇਲ ਦੇ ਖਿਲਾਫ। ਹੋਰ ਵੀ ਉਹਨਾਂ ਦੇ ਜਿਹੜੇ ਕੁਝ ਇਸ਼ੂਜ਼ ਸੀਗੇ, ਠੀਕ ਹੈ, ਮਤਲਬ ਉਹਨਾਂ ਦੀ ਕੰਡੀਸ਼ਨਸ ਵਧੀਆ ਨਹੀਂ ਸੀਗੀਆਂ, ਸਰਵਿਸ ਕੰਡੀਸ਼ਨਸ ਵਧੀਆ ਨਹੀਂ ਸੀ, ਅਤੇ ਹੋਰ ਵੀ ਮਤਲਬ ਕੁਝ ਚੀਜ਼ਾਂ ਸੀਗੀਆਂ। ਇੱਕ ਸੋਲਜਰ ਨੇ, ਇੱਕ ਸਿਪਾਹੀ ਨੇ, ਇੱਕ ਨੇਵਲ ਅਫਸਰ ਨੇ ਕੁਝ ਉੱਥੇ ਲਿਖਤਾ ਸੀਗਾ, ਠੀਕ ਹੈ ਨਾ, ਐਂਗਰੇਵ ਕਰਤਾ ਸੀ ਸ਼ਿਪ ਦੇ ਉੱਪਰ। ਤਾਂ ਉਹਦੇ ਖਿਲਾਫ ਜਿਹੜੀ ਸਰਕਾਰ ਨੇ ਕਾਫੀ ਉਹਦੇ ਕਦਮ ਉਠਾਏ। ਤਾਂ ਜਿਹੜੇ ਕਦਮ ਉਠਾਏ ਸਰਕਾਰ ਨੇ, ਉਹਨਾਂ ਚੀਜ਼ਾਂ ਦੇ ਖਿਲਾਫ ਵੀ ਇਹ ਜਿਹੜਾ ਰਿਵੋਲਟ ਸੀਗਾ। ਤਾਂ ਮਤਲਬ ਇਹ ਚੀਜ਼ਾਂ ਆਪਣੇ ਵਾਸਤੇ ਇੰਪੋਰਟੈਂਟ ਨਹੀਂ ਹੈਗੀਆਂ, ਬਸ ਅਸੀਂ ਦੇਖਣਾ ਕਿ ਇਹਨਾਂ ਨੇ ਸਟ੍ਰਾਈਕ ਕੀਤੀ। ਤਾਂ ਕੁਐਸਚਨ ਆਪਾਂ ਨੂੰ ਇਹੀ ਆਊਗਾ ਵੀ ਸਟ੍ਰਾਈਕ ਕਿਹਨੇ ਕੀਤੀ? ਤਾਂ ਉਹਦੇ ਵਿੱਚ ਅਸੀਂ ਲਿਖਾਂਗੇ HMIS ਤਲਵਾਰ ਦੇ ਜਿਹੜੇ ਰੇਟਿੰਗਸ ਸੀਗੇ, ਜਿਹੜੇ ਅਫਸਰ ਸੀਗੇ, ਉਹਨਾਂ ਨੇ ਕੀਤੀ, ਜਿਹੜੇ ਸੋਲਜਰ ਨੇਗੇ, ਠੀਕ ਹੈ। ਤਾਂ ਅਸੀਂ ਇਹ ਚੀਜ਼ ਕਰਾਂਗੇ। ਹੁਣ ਜਿਹੜੇ ਇੱਕ ਹੋਰ ਜਿਹੜੇ ਇੰਪੋਰਟੈਂਟ ਕੁਐਸਚਨ ਇਸ 'ਚੋਂ ਬਣਦੇ ਨੇ, ਉਹ ਬਣਦੇ ਨੇ ਕਰੋਨੋਲੋਜੀ ਦੇ, ਠੀਕ ਹੈ। ਇਹ ਕਰੋਨੋਲੋਜੀ ਦੇ, ਉਹਦੇ ਵਿੱਚ ਕੀ ਹੁੰਦਾ ਹੈ ਵੀ ਪਹਿਲਾਂ ਈਵੈਂਟ ਕਿਹੜੀ ਹੋਈ, ਫਿਰ ਈਵੈਂਟ ਕਿਹੜੀ ਹੋਈ, ਫਿਰ ਈਵੈਂਟ ਕਿਹੜੀ ਹੋਈ। ਜ਼ਿਆਦਾਤਰ ਜਿਹੜੇ ਕੁਐਸਚਨਸ ਨੇ ਇਹਨਾਂ ਚੀਜ਼ਾਂ ਤੋਂ ਹੀ ਬਣਦੇ ਨੇ। ਤਾਂ ਆਪਾਂ ਨੇ ਬੜੇ ਧਿਆਨ ਨਾਲ ਜਿਹੜੇ ਟਾਈਮ ਲਾਈਨ ਹੈ ਉਹ ਦੇਖਣੀ ਹੈ। ਹੁਣ ਇਹ ਤੁਸੀਂ ਦੇਖੋ ਵੀ ਅਗਸਤ ਦੇ ਵਿੱਚ ਇਹਨਾਂ ਨੇ ਸਰੈਂਡਰ ਕੀਤਾ INA ਨੇ, ਨਵੰਬਰ ਦੇ ਵਿੱਚ ਅਸੀਂ ਡੇ ਸੈਲੀਬ੍ਰੇਟ ਕੀਤੇ, ਵੀਕ ਸੈਲੀਬ੍ਰੇਟ ਕੀਤਾ, ਫਰਵਰੀ ਅਗਲੇ ਸਾਲ ਸਟ੍ਰਾਈਕ ਹੋਈ ਰੇਟਿੰਗਸ ਦੀ, ਠੀਕ ਹੈ। ਤਾਂ ਟਾਈਮ ਲਾਈਨ ਨੂੰ ਬੜਾ ਧਿਆਨ ਨਾਲ ਸਮਝਣਾ ਹੈ। ਮੈਂ ਬੜਾ ਸ਼ਾਰਟ ਕਰਕੇ ਤੁਹਾਡੇ ਲਈ ਇਹ ਚੀਜ਼ਾਂ ਲੈ ਕੇ ਆਇਆ, ਵਰਨਾ ਬੁੱਕ ਦੇ ਵਿੱਚ ਇੰਨੀਆਂ ਕੰਪਲੈਕਸ ਨੇ, ਤੁਹਾਨੂੰ 3 ਦਿਨ ਇਸ ਚੈਪਟਰ ਨੂੰ ਸਮਝਣ 'ਚ ਲੱਗ ਜਾਣਗੇ ਐਗਜ਼ੈਕਟਲੀ ਕਿ ਇਹ ਚੈਪਟਰ ਕੀ ਕਹਿੰਦਾ ਹੈ। ਬਟ ਇੱਥੇ ਮੈਂ ਤੁਹਾਨੂੰ ਬਿਲਕੁਲ ਹੀ ਬਰੀਫ ਦੇ ਵਿੱਚ ਬਿਲਕੁਲ ਸਿੰਪਲ ਕਰਕੇ ਚੀਜ਼ਾਂ ਦਿਖਾ ਰਿਹਾ, ਜਿਹੜਾ ਕਿ ਯਾਦ ਕਰਨਾ ਬੜਾ ਸੌਖਾ ਹੈ, ਠੀਕ ਹੈ। ਟਾਈਮ ਲਾਈਨ ਯਾਦ ਕਰਨੀ ਬੜੀ ਸੌਖੀ ਹੈ, ਔਰ ਇਹੀ ਆਪਣੇ ਪੇਪਰ ਵਾਸਤੇ ਰੈਲੀਵੈਂਟ ਹੈ। ਤੁਸੀਂ ਅਗਰ ਕੋਈ ਵੀ ਬੁੱਕ ਚੱਕ ਕੇ ਦੇਖੋਗੇ ਤਾਂ UPSC ਲੈਵਲ ਦੀ ਹੋਊਗੀ, ਅਤੇ ਉਹ ਸਮਝਣ 'ਚ ਥੋੜ੍ਹਾ ਜਿਹਾ ਟਾਈਮ ਲੱਗੂ। ਮੈਂ ਨਹੀਂ ਕਹਿੰਦਾ ਕਿ ਸਮਝੀ ਨਹੀਂ ਜਾ ਸਕਦੀ, ਬਟ ਉਹ ਟਾਈਮ ਟੇਕਿੰਗ ਹੈਗਾ। ਤਾਂ ਆਪਾਂ ਕਿਉਂ ਟਾਈਮ ਖਰਾਬ ਕਰੀਏ, ਠੀਕ ਹੈ, ਉਹਨਾਂ ਜੇ ਆਪਾਂ ਨੂੰ ਸੌਖੀ ਚੀਜ਼ ਮਿਲ ਰਹੀ ਹੈ। ਤਾਂ ਤੁਸੀਂ ਬਿਲਕੁਲ ਹੀ ਇਸ 'ਤੇ ਰਿਲਾਈ ਕਰ ਸਕਦੇ ਹੋ, ਅਤੇ ਬਿਲਕੁਲ ਹੀ ਸੌਖੀ ਚੀਜ਼ ਇਹ ਜਿਹੜੀ ਸਾਨੂੰ ਯਾਦ ਕਰਨ ਦੇ ਵਿੱਚ ਈਜ਼ੀ ਹੋ ਜੂਗੀ। ਹੋਰ ਹੁਣ ਦੇਖੋ, ਇਹ ਸਾਡੀ ਅਸੀਂ ਇੰਨੀ ਐਜੀਟੇਸ਼ਨਸ ਕੀਤੀਆਂ, ਉਹ ਉਸ ਨਾਲ ਇੰਪੈਕਟ ਵੀ ਹੋਣਾ ਸੀ। ਦੇਖੋ, ਠੀਕ ਹੈ, ਸਿੱਧੀ ਜਿਹੀ ਗੱਲ ਹੈ, ਇੰਪੈਕਟ ਵੀ ਹੋਣਾ ਸੀ ਕੁਛ। ਤਾਂ ਉਹ ਇੰਪੈਕਟ ਦੇਖਦੇ ਹਾਂ ਅਸੀਂ ਕੀ ਹੋਇਆ। ਇੱਕ ਤਾਂ ਦੇਖੋ, ਨਵੰਬਰ ਦੇ ਵਿੱਚ ਅਸੀਂ ਹਾਲੇ ਸੈਲੀਬ੍ਰੇਟ ਕਰਕੇ ਹਟੇ ਹਾਂ ਆਪਣਾ ਨਵੰਬਰ 45 ਦੇ ਵਿੱਚ INA ਡੇਜ਼ ਵਗੈਰਾ, ਠੀਕ ਹੈ, 45। ਅਗਲੇ ਸਾਲ ਦਸੰਬਰ ਦੇ ਵਿੱਚ ਸਰਕਾਰ ਨੇ ਇਹ ਅਨਾਊਂਸ ਕਰਤਾ ਕਿ ਅਸੀਂ ਸਿਰਫ ਉਹਨਾਂ INA ਮੈਂਬਰਸ ਨੂੰ ਪ੍ਰਿਜ਼ਨਰਸ ਰੱਖਾਂਗੇ, ਠੀਕ ਹੈ, ਜਿਨ੍ਹਾਂ ਨੇ ਕੋਈ ਮਰਡਰ ਵਗੈਰਾ ਕੀਤੇ ਨੇ, ਠੀਕ ਹੈ ਨਾ, ਕੋਈ ਹੋਰ ਬਰੂਚੁਅਲ ਟਰੀਟਮੈਂਟ ਕੀਤੀ ਹੈ ਆਪਣੇ ਫੈਲੋ ਪ੍ਰਿਜ਼ਨਰਸ ਦੀ, ਜਾਂ ਹੋਰ ਕਿਸੇ ਵੀ ਚੀਜ਼, ਮਤਲਬ ਜਿਹਨੇ ਕੋਈ ਜ਼ਿਆਦਾ ਮੇਜਰ ਕ੍ਰਾਈਮ ਕੀਤਾ ਹੈਗਾ ਉਹਨਾਂ ਦੇ ਹਿਸਾਬ ਨਾਲ, ਬ੍ਰਿਟਿਸ਼ਰਸ ਦੇ ਹਿਸਾਬ ਨਾਲ, ਤਾਂ ਸਿਰਫ ਉਹਨਾਂ ਨੂੰ ਹੀ ਅਸੀਂ ਸਜ਼ਾ ਦੇਵਾਂਗੇ, ਠੀਕ ਹੈ। ਦ ਗਵਰਨਮੈਂਟ ਅਨਾਊਂਸ ਦੈਟ ਓਨਲੀ ਦੋਜ਼ INA ਮੈਂਬਰਸ ਅਕਿਊਜ਼ਡ ਆਫ ਮਰਡਰ
ਉਹ ਫੈਲੋ ਪ੍ਰਿਜ਼ਨਰਸ ਵੁੱਡ ਬੀ ਬਰਾਊਟ ਟੂ ਟਰਾਇਲ, ਠੀਕ ਹੈ। ਸਿਰਫ ਉਹਨਾਂ ਦੇ ਉੱਪਰ ਕੇਸ ਚੱਲੂਗਾ, ਬਾਕੀ ਨੂੰ ਅਸੀਂ ਰਿਲੀਜ਼ ਕਰ ਦਾਂਗੇ, ਠੀਕ ਹੈ। ਇੱਕ ਤਾਂ ਡਿਸੀਜਨ ਇਹ ਹੋਇਆ, ਕਾਹਦਾ ਇੰਪੈਕਟ ਹੋਇਆ, ਕਾਹਦਾ ਇੰਪੈਕਟ ਹੋਇਆ ਕਿ ਸਾਡੀ ਜਿਹੜੀ INA ਐਜੀਟੇਸ਼ਨ ਸੀ, ਲੋਕਾਂ ਦੀ ਐਜੀਟੇਸ਼ਨ ਸੀਗੀ, ਠੀਕ ਹੈ, ਉਹਨਾਂ ਦਾ ਇਹ ਰਿਜ਼ਲਟ ਹੋਇਆ ਕਿ ਹਾਂ ਸਰਕਾਰ ਨੇ ਜਿਹੜੀਆਂ ਡਿਮਾਂਡਸ ਸੀ ਮੰਨੀਆਂ ਵੀ ਹਾਂ ਅਸੀਂ ਚਲੋ ਰਿਲੀਜ਼ ਕਰ ਦਾਂਗੇ, ਬਟ ਜਿਹੜੇ ਕੁਝ ਜ਼ਿਆਦਾ ਮੇਜਰ ਕ੍ਰਾਈਮ ਕੀਤੇ ਉਹਨਾਂ ਨੂੰ ਨਹੀਂ ਅਸੀਂ ਮਤਲਬ ਇੱਦਾਂ ਹੀ ਮਾਫ ਕਰਾਂਗੇ, ਉਹਨਾਂ ਦੇ ਉੱਪਰ ਕੇਸ ਚੱਲੂਗਾ, ਠੀਕ ਹੈ। ਤਾਂ ਇਹ ਚੀਜ਼ ਸੀਗੀ। ਹੋਰ ਦੇਖੋ ਕੀ ਇੰਪੈਕਟ ਸੀ ਇਸ ਇਨੀ ਐਜੀਟੇਸ਼ਨਸ ਦਾ। ਦੇਸ਼ ਭਰ ਦੇ ਵਿੱਚ ਆਮ ਲੋਕਾਂ ਨੇ ਐਜੀਟੇਸ਼ਨਸ ਕੀਤੀਆਂ, ਕਾਂਗਰਸ ਨੇ ਐਜੀਟੇਸ਼ਨਸ ਕੀਤੀਆਂ, ਈਵਨ ਕਿ ਟਰਾਇਲਸ ਵਾਸਤੇ ਕਾਂਗਰਸ ਦੇ ਦੇਖੋ ਹੁਣ ਬਿਲਕੁਲ ਕਾਂਗਰਸ ਤੋਂ ਅਲੱਗ ਚੱਲ ਰਹੀ ਸੀ। INA ਦਾ ਜਿਹੜਾ ਸੀਨ ਸੀਗਾ ਆਪਾਂ ਨੂੰ ਪਤਾ ਬਿਲਕੁਲ ਕਾਂਗਰਸ ਤੋਂ ਅਲੱਗ ਸੀਗਾ, ਦੇਸ਼ ਤੋਂ ਬਾਹਰ ਹੋ ਰਿਹਾ ਸੀ, ਬਟ ਸਟਿਲ ਹੈਗੇ ਤਾਂ INA ਆਪਣੀ ਬੰਦੇ ਸੀ ਨਾ, ਹੈਗੇ ਤਾਂ ਸੁਭਾਸ਼ ਚੰਦਰ ਬੋਸ ਵਰਗੇ ਬੰਦੇ ਆਪਣੇ ਹੀ ਸੀਗੇ ਸਾਰੇ, ਜਿਹੜੀ ਉਹਦੀ ਆਰਮੀ ਸੀ ਉਹ ਵੀ ਆਪਣੇ ਬੰਦੇ ਸੀਗੇ। ਤਾਂ ਕਾਂਗਰਸ ਉਹਨਾਂ ਨੂੰ ਬਿਲਕੁਲ ਹੀ ਮਤਰਿਆ ਉਹਨਾਂ ਨਾਲ ਸੁਭਾਅ ਨਹੀਂ ਕਰ ਸਕਦੀ ਸੀ, ਠੀਕ ਹੈ ਨਾ, ਬੰਦੇ ਤਾਂ ਫਿਰ ਵੀ ਆਪਣੇ ਹੀ ਸੀਗੇ ਉਹ। ਇਸੇ ਕਰਕੇ ਇਹੀ ਕਾਰਨ ਹੈ ਕਾਂਗਰਸ ਦੇ ਬਹੁਤ ਲੀਡਰਸ ਨੇ ਉਹ ਲਾਇਰਸ ਐਕਟ ਕੀਤੇ, ਉਹ ਵਕਾਲਤ ਕੀਤੀ ਉਹਨਾਂ ਦੀ, ਅਤੇ ਉਹਨਾਂ ਨੂੰ ਜਦੋਂ ਟਰਾਇਲਸ ਹੋਏ ਉਹਨਾਂ ਲਈ ਲਾਇਰ ਬਣ ਕੇ ਗਏ, ਠੀਕ ਹੈ ਨਾ। ਤਾਂ ਕਾਂਗਰਸ ਦੇ ਬਹੁਤ ਲੀਡਰਸ ਕਿਹਨਾਂ ਵਾਸਤੇ, INA ਦੇ ਜਿਹੜੇ ਪ੍ਰਿਜ਼ਨਰ ਸੀਗੇ, INA ਦੇ ਪ੍ਰਿਜ਼ਨਰਸ ਵਾਸਤੇ ਕਾਂਗਰਸ ਦੇ ਲੀਡਰਸ ਨੇ ਐਜ਼ ਅ ਲਾਇਰ ਜਿਹੜੀ ਕਿ ਪਾਰਟੀਸਪੇਸ਼ਨ ਕੀਤੀ ਹੈਗੀ। ਤਾਂ ਇੱਕ ਹੋਰ ਜਿਹੜਾ ਇੰਪੈਕਟ ਹੋਇਆ ਐਜੀਟੇਸ਼ਨ ਦਾ ਉਹ ਸੀਗਾ ਕਿ ਹੁਣ ਸਰਕਾਰ ਨੇ ਇੱਕ ਅਨਾਊਂਸ ਕਰਤਾ ਕਿ ਅਸੀਂ ਇੱਕ ਕੈਬਨਿਟ ਮਿਸ਼ਨ ਲੈ ਕੇ ਆਵਾਂਗੇ, ਕੈਬਨਿਟ ਮਿਸ਼ਨ ਲੈ ਕੇ ਆਵਾਂਗੇ। ਅਸੀਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਦੇ ਹਾਂ ਕਿ ਕੈਬਨਿਟ ਮਿਸ਼ਨ ਕੀ ਹੈ। ਥੋੜ੍ਹਾ ਜਿਹਾ ਬੈਕਗਰਾਊਂਡ ਇੱਕ ਵਾਰ ਦੇਖ ਲਈਏ ਕਿ ਅਗਸਤ 1940 ਦੇ ਵਿੱਚ ਸਾਡੇ ਕੋਲ ਕੀ ਆਇਆ ਸੀ, ਅਗਸਤ ਆਫਰ ਆਇਆ ਸੀਗਾ, ਠੀਕ ਹੈ। 1942 ਦੇ ਵਿੱਚ ਸਾਡੇ ਕੋਲ ਕੀ ਆਇਆ ਸੀ, ਕ੍ਰਿਪਸ ਆਫਰ ਜਾਂ ਕ੍ਰਿਪਸ ਮਿਸ਼ਨ। ਹੁਣ 1946 ਦੇ ਵਿੱਚ ਸਾਡੇ ਕੋਲ ਕੀ ਆਉਣ ਜਾ ਰਿਹਾ ਹੈ, ਕੈਬਨਿਟ ਮਿਸ਼ਨ। ਇਹ ਤਿੰਨੇ ਜਿਹੜੇ ਮਿਸ਼ਨ ਨੇ, ਅਗਸਤ ਆਫਰ, ਕ੍ਰਿਪਸ ਮਿਸ਼ਨ, ਕੈਬਨਿਟ ਮਿਸ਼ਨ, ਤਿੰਨੇ ਕੁਛ ਨਾ ਕੁਛ ਸਾਨੂੰ ਆਫਰ ਕਰ ਰਹੇ ਨੇ ਵੀ ਤੁਹਾਡੇ ਕੌਨਸਟੀਟਿਊਸ਼ਨਲ ਸੈਟਅਪ ਵਾਸਤੇ, ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੌਨਸਟੀਟਿਊਸ਼ਨਲ ਸੈਟਅਪ ਕਿਹੋ ਜਿਹਾ ਹੋਣ ਵਾਲਾ ਹੈ। ਤਾਂ ਉਹਨਾਂ ਚੀਜ਼ਾਂ ਦੇ ਰਿਗਾਰਡਿੰਗ ਅੰਗਰੇਜ਼ ਸਰਕਾਰ ਸਾਨੂੰ ਕੁਛ ਨਾ ਕੁਛ ਆਫਰ ਦੇ ਰਹੀ ਸੀਗੀ। ਅਸੀਂ ਇਹਨਾਂ ਦੇ ਰੀਜ਼ਨ ਦੇਖ ਚੁੱਕੇ ਹਾਂ ਵੀ ਕਦੋਂ ਹੋਇਆ ਸੀਗਾ ਇਹ, ਠੀਕ ਹੈ। ਅਗਸਤ ਆਫਰ ਕਦੋਂ ਹੋਇਆ ਸੀ, ਕ੍ਰਿਪਸ ਮਿਸ਼ਨ ਕਦੋਂ ਹੋਇਆ ਸੀ, ਅਤੇ ਅਸੀਂ ਜਿਹੜੀ ਟਾਈਮਲਾਈਨ ਕੀਤੀ ਸੀ ਲਾਸਟ ਚੈਪਟਰ ਦੇ ਵਿੱਚ, ਅਸੀਂ ਉਹਦੇ ਵਿੱਚ 1940 ਦਾ ਕੈਬਨਿਟ ਮਿਸ਼ਨ ਵੀ ਇੰਕਲੂਡ ਕੀਤਾ ਸੀ। ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਬਾਅਦ ਦੇ ਵਿੱਚ ਕਰਾਵਾਂਗਾ ਇਹ, ਅਤੇ ਹੁਣ ਆਪਾਂ ਉਹ ਕੈਬਨਿਟ ਮਿਸ਼ਨ ਵੀ ਕਰਾਂਗੇ, ਠੀਕ ਹੈ, 1940 ਵਾਲਾ। ਚਲੋ ਜੀ ਲੈਟਸ ਸੀ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ ਜੀ, ਠੀਕ ਹੈ। ਕੌਣ ਇਹਦਾ ਮੈਂਬਰ ਸੀਗਾ, ਇੱਕ ਤਾਂ ਪੈਥਿਕ ਲਾਰੈਂਸ। ਇਹ ਕੌਣ ਸੀ, ਇਹ ਆਪਾਂ ਨੇ ਦੇਖਿਆ ਸੀ ਵੀ ਜਦੋਂ ਹੁਣ 1945 ਦੇ ਵਿੱਚ ਅੰਗਰੇਜ਼ ਸਰਕਾਰ ਨਵੀਂ ਬਣੀ ਸੀ ਬ੍ਰਿਟੇਨ ਦੇ ਵਿੱਚ, ਤਾਂ ਉਹ ਨਵਾਂ SOS ਬਣਿਆ ਸੀ। ਕੌਣ ਸੀ ਉਹ, ਪੈਥਿਕ ਲਾਰੈਂਸ। ਤੁਹਾਨੂੰ ਮੈਂ ਉਦੋਂ ਦੱਸਿਆ ਸੀ ਕਿ ਇੰਪੋਰਟੈਂਟ ਨਾਮ ਹੈ, ਅੱਗੇ ਆਪਾਂ ਕੰਮ ਆਊਗਾ ਇਹਦੇ, ਤਾਂ ਅੱਗੇ ਇੱਥੇ ਕੰਮ ਆ ਰਿਹਾ ਆਪਣੇ ਕਿ ਪੈਥਿਕ ਲਾਰੈਂਸ ਸੀਗਾ ਜਿਹੜਾ ਇਸ ਦਾ ਮੈਂਬਰ ਸੀਗਾ ਕੈਬਨਿਟ ਮਿਸ਼ਨ ਦਾ, ਈਵਨ ਚੇਅਰਮੈਨ ਸੀਗਾ ਇਸ ਕਮਿਸ਼ਨ ਦਾ, ਕਹਿ ਸਕਦੇ ਆਪਾਂ। ਸਟੈਫਰਡ ਕ੍ਰਿਪਸ, ਇਹ ਉਹੀ ਕ੍ਰਿਪਸ ਹੈ ਜੀ ਜਿਹੜਾ 1942 ਦੇ ਵਿੱਚ ਕ੍ਰਿਪਸ ਮਿਸ਼ਨ ਲੈ ਕੇ ਆਇਆ ਸੀਗਾ, ਠੀਕ ਹੈ, ਉਹੀ ਕ੍ਰਿਪਸ ਹੈ ਇਹ ਜਿਹੜਾ ਕਿ 42 ਦੇ ਵਿੱਚ ਕ੍ਰਿਪਸ ਮਿਸ਼ਨ ਲੈ ਕੇ ਆਇਆ ਸੀ। ਤੀਜਾ ਜਿਹੜਾ ਮੈਂਬਰ ਹੈ ਉਹ ਹੈਗਾ A.V. ਅਲੈਗਜ਼ੈਂਡਰ। ਇਹ ਤਿੰਨੋਂ ਬੰਦੇ ਨੇ ਜਿਹੜੇ ਕੈਬਨਿਟ ਮਿਸ਼ਨ ਦੇ ਮੈਂਬਰ ਨੇ। ਹੁਣ ਜਿਹੜੀ ਮਿਸ਼ਨ ਸੀ ਇਹ ਜਿਹੜੇ ਤਿੰਨੇ ਬੰਦੇ ਸੀ ਇਹ ਦਿੱਲੀ ਦੇ ਵਿੱਚ ਪਹੁੰਚੇ, ਕਦੋਂ ਪਹੁੰਚੇ, ਮਾਰਚ 1940 ਦੇ ਵਿੱਚ। ਇਹ ਵੀ ਥੋੜ੍ਹਾ ਇੱਕ ਵਾਰੀ ਮੰਥ ਤੁਸੀਂ ਵੈਸੇ ਨਹੀਂ ਯਾਦ ਕਰਨੇ ਹੈਗੇ ਪੇਪਰ ਵਾਸਤੇ, ਬਟ ਆਪਾਂ ਨੂੰ ਜਿਹੜਾ ਹੁਣ ਜਦੋਂ ਸਮਝਣਾ ਹੈ, ਅੰਡਰਸਟੈਂਡਿੰਗ ਬਣਾਉਣੀ ਹੈ, ਤਾਂ ਆਪਾਂ ਨੂੰ ਇੱਕ ਵਾਰੀ ਟਾਈਮਲਾਈਨ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਰਿਲੇਟ ਕਰ ਪਾਈਏ ਚੀਜ਼ਾਂ ਨੂੰ, ਠੀਕ ਹੈ। ਤਾਂ ਮਾਰਚ 1940 ਦੇ ਵਿੱਚ ਕੈਬਨਿਟ ਮਿਸ਼ਨ ਆਇਆ ਇੱਥੇ। ਪੈਥਿਕ ਲਾਰੈਂਸ ਇਹਦਾ ਚੇਅਰਮੈਨ ਸੀ ਕਿਉਂਕਿ ਉਹ SOS ਸੀਗਾ। ਇਹ ਹੁਣ ਕਿਉਂ ਆਇਆ ਸੀ ਕੈਬਨਿਟ ਮਿਸ਼ਨ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਤਿੰਨੇ ਚੀਜ਼ਾਂ ਸੀਗੀਆਂ, ਅਗਸਤ ਆਫਰ, ਕ੍ਰਿਪਸ ਮਿਸ਼ਨ ਅਤੇ ਕੈਬਨਿਟ ਮਿਸ਼ਨ, ਇਹ ਕੁਛ ਨਾ ਕੁਛ ਆਪਾਂ ਨੂੰ ਕੌਨਸਟੀਟਿਊਸ਼ਨਲ ਕੁਛ ਸੈਟਅਪ ਦੇ ਰਹੇ ਸੀਗੇ ਤਾਂ ਕਿ ਜਦੋਂ ਹੁਣ ਪਾਵਰ ਟਰਾਂਸਫਰ ਹੋਊਗੀ, ਮਤਲਬ ਹੁਣ ਅੰਗਰੇਜ਼ ਸਰਕਾਰ ਜਾਊਗੀ ਅਤੇ ਇੰਡੀਅਨ ਗਵਰਨਮੈਂਟ ਆਊਗੀ, ਆਜ਼ਾਦੀ ਮਿਲੂਗੀ, ਤਾਂ ਫਿਰ ਜਿਹੜਾ ਟਰਾਂਸਫਰ ਆਫ ਪਾਵਰ ਹੈ ਉਹ ਕਿਵੇਂ ਹੋਣਾ ਚਾਹੀਦਾ ਹੈ। ਤਾਂ ਕੈਬਨਿਟ ਮਿਸ਼ਨ ਕਾਫੀ ਹੱਦ ਤੱਕ ਇਹੀ ਚੀਜ਼ ਆ ਰਹੀਆਂ ਸੀ। ਹੁਣ ਤੱਕ ਦੇਖੋ ਇਹ ਚੀਜ਼ ਕਲੀਅਰ ਹੋ ਗਈ ਸੀ ਕਿ ਹਾਂ ਅੰਗਰੇਜ਼ ਸਰਕਾਰ ਜਾਣ ਵਾਲੀ ਹੈ, ਠੀਕ ਹੈ ਨਾ, ਕਾਫੀ ਹੱਦ ਤੱਕ ਕਲੀਅਰ ਹੋ ਗਿਆ ਸੀ। ਇਹ ਦੇਖਣਾ ਸੀ ਕਦੋਂ ਹੋਣਾ ਹੈਗਾ, ਠੀਕ ਹੈ, ਇਹ ਚੀਜ਼ ਹੈਗੀ। ਦੇਖੋ ਹੁਣ ਅੰਗਰੇਜ਼ ਸਰਕਾਰ ਤਾਂ ਪਾਵਰ ਟਰਾਂਸਫਰ ਕਰਨ ਦੇ ਤਿਆਰ ਹੈਗੀ ਹੈ ਵੀ ਹਾਂ ਅਸੀਂ ਟਰਾਂਸਫਰ ਕਰਨੀ ਹੈ ਪਾਵਰ, ਬਟ ਹੁਣ ਪਾਵਰ ਟਰਾਂਸਫਰ ਕਿਹਨੂੰ ਕੀਤੀ ਜਾਵੇ। ਦੇਖੋ ਦੋ ਵੱਡੀਆਂ ਧਿਰਾਂ ਹੈਗੀਆਂ ਨੇ, ਮੁਸਲਿਮ ਲੀਗ ਅਤੇ ਕਾਂਗਰਸ, ਠੀਕ ਹੈ। ਤਾਂ ਹੁਣ ਇਹਨਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ 42 ਤੋਂ 45 ਇਹੀ ਐਫਰਟਸ ਹੁੰਦੀਆਂ ਰਹੀਆਂ ਕਿ ਹੁਣ ਅਸੀਂ ਜਿਹੜੀ ਪਾਵਰ ਸ਼ੇਅਰਿੰਗ ਹੈ ਉਹਦੇ ਬਾਰੇ ਕੁਝ ਕਰ ਲਈਏ, ਉਹਦੇ ਬਾਰੇ ਕੁਝ ਸੋਚ ਲਈਏ। ਇਹ ਆਪਸ 'ਚ ਹੀ ਸਮਝੌਤੇ ਕਰਦੇ ਰਹੇ ਸੀਗੇ, ਠੀਕ ਹੈ। ਬਟ ਇਹਨਾਂ ਤੋਂ ਫਿਰ ਕੋਈ ਵੀ ਸਿੱਟਾ ਨਿਕਲਿਆ ਨਹੀਂ ਸੀ, ਆਪਾਂ ਨੇ ਦੇਖਿਆ ਸੀਗਾ, ਠੀਕ ਹੈ। ਈਵਨ ਕਿ ਅੰਗਰੇਜ਼ਾਂ ਤੋਂ ਵੀ ਨਹੀਂ ਨਿਕਲਿਆ ਸੀ। ਜਿਹੜਾ ਵੇਵਲ ਪਲਾਨ ਆਇਆ ਸੀ ਉਹ ਵੀ ਕਿਸੇ ਹੱਦ ਤੱਕ ਜਿਹੜੀ ਇਹਨਾਂ ਦੀ ਪਾਵਰ ਸ਼ੇਅਰਿੰਗ ਬਾਰੇ ਕੁਛ ਨਾ ਕੁਛ ਕੋਸ਼ਿਸ਼ ਕਰ ਰਿਹਾ ਸੀ, ਉਹ ਤੋਂ ਵੀ ਨਹੀਂ ਕੁਛ ਬਣ ਪਾਇਆ ਸੀ, ਠੀਕ ਹੈ। ਤਾਂ ਕੁੱਲ ਮਿਲਾ ਕੇ ਮਤਲਬ ਕੋਈ ਸਿੱਟਾ ਨਹੀਂ ਨਿਕਲਿਆ ਸੀਗਾ। ਹੁਣ ਦੇਖੋ ਜਦੋਂ ਕਾਂਗਰਸ ਅਤੇ ਲੀਗ ਕੁਡ ਨਾਟ ਕਮ ਟੂ ਐਨ ਐਗਰੀਮੈਂਟ, ਇਹ ਦੋਨੇ ਐਗਰੀਮੈਂਟ 'ਤੇ ਕਿਸੇ ਨਹੀਂ ਪਹੁੰਚ ਸਕੇ, ਤਾਂ ਮਿਸ਼ਨ ਨੇ ਕੀ ਕੀਤਾ, ਇਟ ਪੁੱਟ ਫਾਰਵਰਡ ਇਟਸ ਓਨ ਪਲਾਨ। ਦੇਖੋ ਪਹਿਲਾਂ ਤਾਂ ਮਿਸ਼ਨ ਨੇ ਇਹਨਾਂ ਨਾਲ ਵੀ ਗੱਲਾਂ ਕੀਤੀਆਂ ਬਹੁਤ, ਇਹਨਾਂ ਨਾਲ ਆ ਕੇ ਡਿਬੇਟਸ ਕੀਤੀਆਂ,
ਸਾਰੇ ਇਹਨਾਂ ਦੇ ਰਾਏ ਲਏ, ਮਤ ਲਏ, ਠੀਕ ਹੈ। ਬਟ ਫਿਰ ਵੀ ਲੀਗ ਤੇ ਕਾਂਗਰਸ ਕਿਸੇ ਸੀਟਾਂ 'ਤੇ ਪਹੁੰਚ ਨਹੀਂ ਪਾਏ। ਤਾਂ ਕਾਂਗਰਸ ਜਿਹੜਾ ਮਿਸ਼ਨ ਸੀ, ਕੈਬਨਿਟ ਮਿਸ਼ਨ, ਇਹਨੇ ਆਪਣਾ ਇੱਕ ਪਲਾਨ ਅੱਗੇ ਰੱਖਤਾ ਉਹਨਾਂ ਦੇ, ਵੀ ਦੇਖੋ ਜੀ ਸਾਨੂੰ ਲੱਗਦਾ ਇਹ ਚੀਜ਼ ਠੀਕ ਹੈ। ਤਾਂ ਉਸ ਪਲਾਨ ਨੂੰ ਅਸੀਂ ਕਹਿਣ ਲੱਗੇ ਫਿਰ ਕੈਬਨਿਟ ਮਿਸ਼ਨ ਪਲਾਨ, ਠੀਕ ਹੈ। ਕਿਹਦਾ ਪਲਾਨ ਸੀ ਇਹ? ਕੈਬਨਿਟ ਮਿਸ਼ਨ ਦਾ, ਜਿਹੜਾ ਕਿ ਮਿਸ਼ਨ ਇਹ 3 ਬੰਦਿਆਂ ਦਾ ਆਇਆ ਸੀਗਾ ਆਪਣੇ ਕੋਲੇ, ਠੀਕ ਹੈ ਜੀ। ਹੁਣ ਦੇਖਦੇ ਆਪਾਂ ਕੈਬਨਿਟ ਮਿਸ਼ਨ ਪਲਾਨ ਕੀ ਹੈ, ਇਹਦੇ ਵਿੱਚ ਐਗਜ਼ੈਕਟਲੀ ਕੀ ਦੱਸ ਰਹੇ ਨੇ। ਤੁਹਾਨੂੰ ਮੈਂ ਯਾਦ ਕਰਵਾ ਦਿੰਦਾ ਫਿਰ ਵੀ ਕੀ ਚੀਜ਼ਾਂ ਹੋ ਰਹੀਆਂ ਨੇ। ਇਹ ਸਾਡੀ ਪਾਵਰ ਸ਼ੇਅਰਿੰਗ ਵਾਸਤੇ ਹੋ ਰਹੀ ਹੈ, ਠੀਕ ਹੈ। ਸਾਡੇ ਪਾਵਰ ਆਫ ਟਰਾਂਸਫਰ ਵਾਸਤੇ ਹੋ ਰਹੀ ਹੈਗੀ, ਵੀ ਹੁਣ ਜਦੋਂ ਅਸੀਂ ਜਾਵਾਂਗੇ ਤਾਂ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਦੇਸ਼ ਦੇ ਵਿੱਚ, ਠੀਕ ਹੈ। ਕਿਉਂਕਿ ਹੁਣ ਮੁਸਲਿਮ ਲੀਗ ਦੀਆਂ ਵੀ ਕੁਝ ਡਿਮਾਂਡਸ ਸੀਗੀਆਂ, ਕਾਂਗਰਸ ਦੀਆਂ ਵੀ ਕੁਝ ਡਿਮਾਂਡਸ ਸੀਗੀਆਂ, ਇਹ ਇੰਨੀਆਂ ਕੁ ਆਪੋਜ਼ਿਟ ਸੀਗੀਆਂ ਕਿ ਦੋਨੇ ਇੱਕ ਕਿਸੇ ਮਿਨੀਮਮ ਕਾਮਨ ਤੇ ਚੀਜ਼ 'ਤੇ, ਕਿਸੇ ਕਾਮਨ ਰਿਜ਼ਲਟ ਦੇ ਉੱਪਰ ਪਹੁੰਚ ਨਹੀਂ ਪਾਏ ਸੀਗੇ ਦੋਨੇ। ਤਾਂ ਫਿਰ ਹੁਣ ਕੈਬਨਿਟ ਮਿਸ਼ਨ ਨੇ ਆਪਣਾ ਹੀ ਪਲਾਨ ਰੱਖਤਾ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਇੱਕ ਰੈਕਮੈਂਡੇਸ਼ਨ ਦਿੱਤੀ, ਇਟ ਰਿਜੈਕਟਡ ਪਾਕਿਸਤਾਨ। ਇਹਨੇ ਕਹਿੰਦਾ ਵੀ ਪਾਕਿਸਤਾਨ ਦਾ ਨਾਮ ਦੀ ਕੋਈ ਚੀਜ਼ ਨਹੀਂ ਹੋਊਗੀ, ਮਤਲਬ ਕਿ ਪਾਰਟੀਸ਼ਨ ਨੂੰ ਬਿਲਕੁਲ ਹੀ ਦਰਖਾਸਤ ਕਰਤਾ, ਪਾਰਟੀਸ਼ਨ ਨਹੀਂ ਹੋਊਗੀ, ਠੀਕ ਹੈ। ਤਾਂ ਬਹੁਤ ਵੱਡੀ ਗੱਲ ਹੈ। ਦੇਖੋ ਹਾਲੇ 46 ਹੈ, 1946 ਦੀ ਗੱਲ ਕਰ ਰਹੇ ਆਪਾਂ। ਇਸ ਟਾਈਮ ਦੇ ਆਖਰ ਵੀ ਪਾਰਟੀਸ਼ਨ ਨਹੀਂ ਹੋਣ ਦੀ ਰੈਕਮੈਂਡੇਸ਼ਨ ਆਈ ਸਾਡੇ ਕੋਲੇ। ਠੀਕ ਹੈ। ਤਾਂ ਅਸੀਂ ਕਰ ਰਹੇ ਹਾਂ ਵੀ ਇੱਥੇ ਇਸ ਟਾਈਮ 'ਤੇ ਆ ਕੇ ਵੀ ਹਲੇ ਪਾਕਿਸਤਾਨ ਦੀ ਰਿਜੈਕਸ਼ਨ ਹੋ ਰਹੀ ਹੈ, ਵੀ ਪਾਰਟੀਸ਼ਨ ਨਹੀਂ ਹੋਏਗੀ, ਠੀਕ ਹੈ। ਹੋਰ ਵੱਡੀ ਰეკਮੈਂਡੇਸ਼ਨ ਕੀ ਦਿੱਤੀ ਇਸ ਮਿਸ਼ਨ ਪਲਾਨ ਨੇ, ਇਸ ਪਲਾਨ ਨੇ, ਕਿ ਗਰੁੱਪਿੰਗ ਆਫ ਅਸੈਂਬਲੀਜ਼ ਇਨਟੂ 3 ਸੈਕਸ਼ਨਸ। ਹੁਣ ਅਸੀਂ ਇਸ ਦੀ ਡਿਟੇਲ ਦੇ ਵਿੱਚ ਨਹੀਂ ਜਾਣਾ ਕਿ ਐਗਜ਼ੈਕਟਲੀ ਹੈ ਕੀ ਹੈ, ਤੁਸੀਂ ਬਸ MCQ ਵਾਸਤੇ ਇਹ ਯਾਦ ਰੱਖਣਾ ਹੈ ਕਿ ਇਹਨੇ ਕੁਝ ਗਰੁੱਪਿੰਗ ਵਾਲਾ ਕਨਸੈਪਟ ਦਿੱਤਾ ਕਿ ਸਟੇਟਸ ਨੂੰ ਕੁਝ ਗਰੁੱਪਸ ਦੇ ਵਿੱਚ ਵੰਡਿਆ ਜਾਊਗਾ, ਠੀਕ ਹੈ ਨਾ। ਮੰਨ ਲਓ ਪੰਜਾਬ, ਜਿਵੇਂ ਪੈਪਸੂ ਕਹਿ ਸਕਦੇ ਆਪਾਂ, ਜਾਂ ਹੋਰ ਇੱਦਾਂ ਦੇ ਗਰੁੱਪਸ ਜੇ ਇਹਨਾਂ ਨੇ ਰეკਮੈਂਡ ਕੀਤੇ ਕਿ ਗਰੁੱਪਿੰਗ ਦੇ ਵਿੱਚ ਆਪਾਂ ਸਟੇਟਸ ਨੂੰ ਵੰਡਾਂਗੇ, ਠੀਕ ਹੈ। ਅਗੇਨ ਕਹਿ ਰਿਹਾ ਵੀ ਇਹਦੇ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਣਾ, ਠੀਕ ਹੈ। ਆਪਾਂ ਨੇ ਸਿਰਫ 4 ਹੋਰ ਵੀ ਬਹੁਤ ਰეკਮੈਂਡੇਸ਼ਨ ਦਿੱਤੀਆਂ ਇਹਨਾਂ ਨੇ, ਬਟ ਆਪਾਂ 4 ਇੰਪੋਰਟੈਂਟ ਪੜਾਂਗੇ ਸਿਰਫ, ਠੀਕ ਹੈ। ਇੱਕ ਤਾਂ ਪਾਕਿਸਤਾਨ ਰਿਜੈਕਟ ਕਰਤਾ, ਇੱਕ ਗਰੁੱਪਿੰਗ ਵਾਸਤੇ ਉਹਨਾਂ ਨੇ ਕਿਹਾ। ਤੀਸਰਾ ਕੀ ਕਿਹਾ, ਇੱਕ ਕੌਂਸਟੀਟਿਊਐਂਟ ਅਸੈਂਬਲੀ ਬਣਾਈ ਜਾਵੇਗੀ, ਠੀਕ ਹੈ। ਅਸੀਂ ਅਗਸਤ ਆਫਰ ਤੋਂ ਕਰਦੇ ਆ ਰਹੇ ਹਾਂ ਇਹ ਚੀਜ਼। ਸਭ ਤੋਂ ਪਹਿਲਾਂ ਆਪਾਂ ਨੇ ਦੇਖਿਆ ਸੀ ਕਿ ਜਿਹੜਾ ਅਗਸਤ ਆਫਰ ਸੀਗਾ 1940 ਵਾਲਾ, ਉਦੋਂ ਜਿਹੜੀ ਸਰਕਾਰ ਨੇ ਪਹਿਲੀ ਵਾਰੀ ਇਨ ਪ੍ਰਿੰਸੀਪਲ ਇੱਕ ਵਾਰ ਥੋੜ੍ਹਾ ਸਾਡੀ ਇਹ ਡਿਮਾਂਡ ਮੰਨੀ ਸੀਗੀ ਕਿ ਹਾਂ ਕੌਂਸਟੀਟਿਊਐਂਟ ਅਸੈਂਬਲੀ ਨਾਮ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਨੂੰ ਕੌਂਸਟੀਟਿਊਸ਼ਨ ਸਾਡਾ ਆਪਣਾ ਆਪ ਤਿਆਰ ਕਰਨ ਦਾ ਵਿੱਚ ਮੌਕਾ ਮਿਲੇ, ਠੀਕ ਹੈ ਨਾ। ਤਾਂ ਜੇ ਅਸੈਂਬਲੀ ਬਣੂਗੀ ਫਿਰ ਹੀ ਕੌਂਸਟੀਟਿਊਸ਼ਨ ਬਣੂਗਾ, ਆਬਵੀਅਸ ਹੀ ਗੱਲ ਹੈ। ਤਾਂ ਅਗਸਤ ਆਫਰ ਦੇ ਵਿੱਚ ਪਹਿਲੀ ਵਾਰੀ ਇਹ ਡਿਮਾਂਡ ਇਹਨਾਂ ਨੇ ਥੋੜ੍ਹੀ ਜਿਹੀ ਮੰਨੀ ਸੀ ਆਪਣੀ। ਇੱਥੇ ਆ ਕੇ ਬਿਲਕੁਲ ਕਹਿਤਾ ਸੀਗਾ ਕਿ ਹਾਂ ਇਹ ਕੌਂਸਟੀਟਿਊਐਂਟ ਅਸੈਂਬਲੀ ਹੋਣੀ ਚਾਹੀਦੀ ਹੈ, ਕਿਉਂ 1946 ਦੇ ਵਿੱਚ ਆ ਕੇ, ਠੀਕ ਹੈ। ਇਹ ਹੁਣ ਕੌਂਸਟੀਟਿਊਐਂਟ ਅਸੈਂਬਲੀ ਕਿਵੇਂ ਬਣਨੀ ਚਾਹੀਦੀ ਸੀਗੀ, ਜਿਹੜੇ ਮੈਂਬਰ ਸੀ ਕਿਵੇਂ ਆਉਣੇ ਚਾਹੀਦੇ ਸੀਗੇ, ਉਹ ਆਉਣੇ ਚਾਹੀਦੀ ਸੀ ਪ੍ਰੋਵਿੰਸ਼ੀਅਲ ਅਸੈਂਬਲੀਜ਼ ਤੋਂ। ਮਤਲਬ ਜਿਵੇਂ ਹੁਣ ਅਸੀਂ ਅੱਜ ਸਟੇਟ ਮੰਨ ਲਈ ਆਪਣੀ, ਠੀਕ ਹੈ। ਸਟੇਟਸ ਜਿਵੇਂ ਪੰਜਾਬ, ਹਰਿਆਣਾ, ਸਾਡਾ ਜਿਹੜਾ ਅੱਜ ਪ੍ਰੈਜ਼ੀਡੈਂਟ ਇਲੈਕਸ਼ਨ ਦਾ ਪ੍ਰੋਸੀਜਰ ਹੈ, ਅਸੀਂ ਉਹ ਜੇ ਤੁਸੀਂ ਪੋਲਿਟੀ ਦੇ ਵਿੱਚ ਪੜ੍ਹਿਆ ਹੋਵੇ ਤਾਂ ਜਿਹੜੀਆਂ ਸਟੇਟ ਅਸੈਂਬਲੀਜ਼ ਨੇ ਉਹ ਵੀ ਪਾਰਟੀਸਪੇਟ ਕਰਦੀਆਂ ਨੇ, ਠੀਕ ਹੈ ਨਾ। ਪੰਜਾਬ ਹਰਿਆਣਾ ਦੇ ਜਿਹੜੇ MLAs ਨੇਗੇ ਉਹ ਵੀ ਪਾਰਟੀਸਪੇਟ ਕਰਦੇ ਨੇ, ਠੀਕ ਹੈ ਨਾ। ਤਾਂ ਇਹੀ ਚੀਜ਼ ਸੀਗੀ ਇੱਥੇ ਵੀ ਜਿਹੜੇ ਇਸ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੇ MLAs, ਮਤਲਬ ਜਿਵੇਂ ਅੱਜ ਦੇ ਜਿਹੜੇ MLAs ਹੋਏ, ਉਸ ਟਾਈਮ ਦੇ ਜਿਹੜੇ ਵੀ ਮੈਂਬਰ ਸੀ ਅਸੈਂਬਲੀਆਂ ਦੇ, ਉਹਨਾਂ ਨੇ ਇਲੈਕਟ ਕੀਤੇ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰ। ਧਿਆਨ ਨਾਲ ਸਮਝਣਾ, ਦੇਖੋ ਆਹ ਹੈਗੀ ਆ ਸਟੇਟ ਅਸੈਂਬਲੀਜ਼ ਨੇ ਸਾਰੀਆਂ, ਠੀਕ ਹੈ। ਇੱਥੋਂ ਵਿੱਚ ਬੰਦੇ ਬੈਠੇ ਨੇ, MLAs ਬੈਠੇ ਨੇ ਮੰਨ ਲਓ। ਹੁਣ ਇਹ ਸਾਰੇ MLAs ਨੇ ਇਕੱਠੇ ਹੋ ਕੇ ਮੰਨ ਲਓ ਇੱਕ ਵੱਡੀ ਅਸੈਂਬਲੀ ਨਿਰਧਾਰਿਤ ਕੀਤੀ, ਜਿਹਨੂੰ ਅਸੀਂ ਕੌਂਸਟੀਟਿਊਐਂਟ ਅਸੈਂਬਲੀ ਕਹਾਂਗੇ,
ਇਹ ਕੌਂਸਟੀਟਿਊਸ਼ਨ ਅਸੈਂਬਲੀ ਇਹਨਾਂ ਨੇ ਚੁਣ ਕੇ ਆਪਦੇ ਹਿੱਸੇ ਦੇ, ਮੰਨ ਲਓ ਇਹਨਾਂ ਨੂੰ ਕਹਿਤਾ ਵੀ ਇਹ ਸਟੇਟ ਨੂੰ ਕਹਿਤਾ ਵੀ ਤੁਸੀਂ 10 ਮੈਂਬਰ ਚੁਣੋ, ਇਹ ਸਟੇਟ ਨੂੰ ਕਹਿਤਾ ਵੀ ਤੁਸੀਂ 12 ਮੈਂਬਰ ਚੁਣੋ, ਇਹ ਸਟੇਟ ਨੂੰ ਕਹਿਤਾ ਤੁਸੀਂ 7 ਮੈਂਬਰ ਚੁਣੋ, ਡਿਫਰੈਂਟ ਮਤਲਬ। ਤਾਂ ਸਾਰੀਆਂ ਸਟੇਟਾਂ ਨੇ ਆਪਣੇ ਮੈਂਬਰ ਚੁਣ ਕੇ ਇੱਥੇ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਭੇਜਤੇ। ਆਈ ਹੋਪ ਕਿ ਤੁਹਾਨੂੰ ਮੈਂ ਸਮਝਾ ਪਾ ਰਿਹਾ ਮੈਂ ਕੀ ਕਹਿਣਾ ਚਾਹ ਰਿਹਾ, ਠੀਕ ਹੈ। ਤਾਂ ਇਹ ਸਾਰੀਆਂ ਸਟੇਟਾਂ ਨੇ, ਸਾਰੀਆਂ ਸਟੇਟਸ ਨੇ, ਸਾਰੀਆਂ ਪ੍ਰੋਵਿੰਸਿਸ ਨੇ ਆਪਣੇ ਮੈਂਬਰ ਚੁਣ ਕੇ ਇਸ ਅਸੈਂਬਲੀ ਦੇ ਵਿੱਚ ਭੇਜਤੇ, ਜਿਹੜੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੌਂਸਟੀਟਿਊਸ਼ਨ ਆਫ ਇੰਡੀਆ ਬਣਾਏਗੀ। ਬਾਕੀ ਇਹ ਸਾਰਾ ਕੌਂਸਟੀਟਿਊਸ਼ਨ ਅਸੈਂਬਲੀ ਵਾਲਾ ਜਿਹੜਾ ਕਨਸੈਪਟ ਹੈ, ਇਹ ਅਸੀਂ ਪੋਲਿਟੀ ਦੇ ਵਿੱਚ ਇੱਕ ਚੈਪਟਰ ਆਉਂਦਾ ਹੈ ਮੇਕਿੰਗ ਆਫ ਦ ਕੌਂਸਟੀਟਿਊਸ਼ਨ, ਮੇਕਿੰਗ ਆਫ ਕੌਂਸਟੀਟਿਊਸ਼ਨ ਦਾ ਚੈਪਟਰ ਹੈ, ਉਹਦੇ ਵਿੱਚ ਅਸੀਂ ਬੜੀ ਡਿਟੇਲ ਦੇ ਵਿੱਚ ਪੜ੍ਹਾਂਗੇ ਕਿ ਇਹ ਕੌਂਸਟੀਟਿਊਸ਼ਨ ਅਸੈਂਬਲੀ ਐਕਚੁਅਲੀ ਹੈ ਕੀ ਸੀਗੀ, ਠੀਕ ਹੈ। ਤੁਸੀਂ ਇੱਥੇ ਮੋਟਾ ਸਮਝ ਸਕਦੇ ਹੋ ਕਿ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੇ ਮੈਂਬਰਸ ਨੇ ਇਲੈਕਟ ਕਰਕੇ, ਇਹ ਕੁਐਸਚਨ ਹਮੇਸ਼ਾ ਆਉਂਦਾ ਜੀ ਕਿ ਜਿਹੜੇ ਕੌਂਸਟੀਟਿਊਸ਼ਨ ਅਸੈਂਬਲੀ ਸੀ ਉਹਦੇ ਮੈਂਬਰਸ ਕਿੱਥੋਂ ਆਏ ਸੀਗੇ, ਤਾਂ ਉਹਦਾ ਆਨਸਰ ਆਊਗਾ ਜੀ ਦੇ ਵਰ ਇਲੈਕਟਡ ਬਾਏ ਦਾ ਪ੍ਰੋਵਿੰਸ਼ੀਅਲ ਅਸੈਂਬਲੀਜ਼। ਇਹ ਧਿਆਨ ਰੱਖਣਾ ਹੈ, ਦੇ ਵਰ ਇਲੈਕਟਡ ਬਾਏ ਦਾ ਮੈਂਬਰਸ ਆਫ ਪ੍ਰੋਵਿੰਸ਼ੀਅਲ ਅਸੈਂਬਲੀਜ਼। ਇਹ ਸਿੱਧਾ ਕੁਐਸਚਨ ਇਹੀ ਡਾਇਰੈਕਟ ਆ ਜਾਂਦਾ ਹੁੰਦਾ, ਇਹ ਚੀਜ਼ ਕਾਫੀ ਵਾਰੀ ਰਿਪੀਟ ਹੋਏਗਾ। ਚੌਥੀ ਜਿਹੜੀ ਕੈਬਨਿਟ ਮਿਸ਼ਨ ਦੀ ਜਿਹੜੀ ਪ੍ਰੋਵੀਜ਼ਨ ਸੀਗੀ, ਰეკਮੈਂਡੇਸ਼ਨ ਸੀ, ਦੈਟ ਵਾਜ਼ ਕਿ ਇੱਕ ਇੰਟਰਿਮ ਗਵਰਨਮੈਂਟ ਹੋਣੀ ਚਾਹੀਦੀ ਹੈ, ਠੀਕ ਹੈ। ਇੱਕ ਇੰਟਰਿਮ ਗਵਰਨਮੈਂਟ, ਦੇਖੋ ਇਹ ਜਿਹੜੀ ਅਸੈਂਬਲੀ ਸੀ ਇਹ ਤਾਂ ਇੱਕ ਵੱਡਾ ਪੈਨਲ ਹੋ ਗਿਆ, ਬਹੁਤ ਵੱਡਾ, 200-300 ਬੰਦਾ ਹੋਊਗਾ ਇਹਦੇ ਵਿੱਚ, ਠੀਕ ਹੈ। ਉਹ ਜਿਹੜੇ ਕੌਂਸਟੀਟਿਊਸ਼ਨ ਬਣਾਉਣਗੇ। ਇੱਕ ਹੋਰ ਵੀ ਚੀਜ਼ ਸੀਗੀ ਵੀ ਦੇਖੋ ਹੁਣ ਅਸੀਂ ਤਾਂ ਜਾਵਾਂਗੇ, ਅੰਗਰੇਜ਼ ਤਾਂ ਜਾਣਗੇ, ਪਰ ਇੱਕ ਵੈਕਿਊਮ ਤਾਂ ਨਹੀਂ ਹੋ ਸਕਦਾ ਨਾ, ਸਰਕਾਰ ਤਾਂ ਹੋਣੀ ਚਾਹੀਦੀ ਹੈ ਕੋਈ ਨਾ ਕੋਈ, ਐਵੇਂ ਖਾਲੀ ਛੱਡ ਕੇ ਤਾਂ ਜਾ ਨਹੀਂ ਸਕਦੇ ਹੈਗੇ, ਤਾਂ ਸਰਕਾਰ ਹੋਣੀ ਚਾਹੀਦੀ ਹੈ। ਅੱਛਾ, ਸਰਕਾਰ ਕਦੋਂ ਬਣੂਗੀ? ਜਦੋਂ ਵੋਟਾਂ ਪੈਣਗੀਆਂ, ਜਿਹੜੀ ਪਾਰਟੀ ਕੋਲ ਮੈਜੋਰਿਟੀ ਹੋਈ ਉਹ ਫਿਰ ਸਰਕਾਰ ਬਣਾਊਗੀ। ਇਹੀ ਪ੍ਰੋਸੀਜਰ ਹੁੰਦਾ ਆਪਣਾ, ਠੀਕ ਹੈ ਨਾ, ਇਹੀ ਪਾਰਲੀਮੈਂਟਰੀ ਪ੍ਰੋਸੀਜਰ ਹੁੰਦਾ। ਬਟ ਇਲੈਕਸ਼ਨ ਹੋਣ ਵਾਸਤੇ ਪਹਿਲਾਂ ਬਹੁਤ ਵੱਡਾ ਕੰਮ ਕਰਨਾ ਪਊਗਾ, ਠੀਕ ਹੈ ਨਾ। ਪਹਿਲਾਂ ਤਾਂ ਸਾਨੂੰ ਆਜ਼ਾਦ ਹੋਣਾ ਪਊਗਾ, ਫਿਰ ਅਸੀਂ ਇਲੈਕਸ਼ਨ ਕਮਿਸ਼ਨ ਬਣਾਵਾਂਗੇ, ਫਿਰ ਸਾਡੇ ਇਲੈਕਸ਼ਨ ਹੋਣਗੇ, ਫਿਰ ਕਿਤੇ ਸਰਕਾਰ ਬਣੂਗੀ, ਤਾਂ ਇਟ ਵਿਲ ਟੇਕ ਅ ਟਾਈਮ, ਠੀਕ ਹੈ ਨਾ। ਆਪਾਂ ਨੂੰ ਪਤਾ ਹੈ ਕਿ ਸਾਡੀ ਜਿਹੜੇ ਪਹਿਲੇ ਇਲੈਕਸ਼ਨ ਹੋਏ ਸੀ 1952 ਦੇ ਵਿੱਚ ਹੋਏ ਸੀ, ਫਿਰ ਹੁਣ 47 ਤੋਂ 52 ਤੱਕ ਅਸੀਂ ਐਂ ਬੈਠੇ ਰਹੀਏ, ਖਾਲੀ ਬੈਠੇ ਰਹੀਏ, ਉਦੋਂ ਤੱਕ ਕੀ ਹੋਊਗਾ? ਤਾਂ ਇਹੀ ਕਾਰਨ ਸੀ ਇੱਕ ਸਾਡੀ ਇੰਟਰਿਮ ਗਵਰਨਮੈਂਟ। ਤਾਂ ਇਸ ਪਲਾਨ ਨੇ ਕੀ, ਇਸ ਕੈਬਨਿਟ ਮਿਸ਼ਨ ਨੇ ਕੀ ਕਿਹਾ ਕਿ ਇੱਕ ਆਂਤਰਿਕ ਸਰਕਾਰ, ਇੱਕ ਟੈਂਪਰੇਰੀ ਸਰਕਾਰ ਵੀ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਡੇ ਇੰਡੀਅਨਸ ਦੁਆਰਾ ਹੀ ਬਣਾਈ ਜਾਏਗੀ, ਠੀਕ ਹੈ। ਹੁਣ ਅੰਗਰੇਜ਼ ਨਹੀਂ ਹੋਣਗੇ ਇਹਦੇ ਵਿੱਚ, ਸਿਰਫ ਇੰਡੀਅਨਸ ਹੋਣਗੇ, ਠੀਕ ਹੈ। ਥੋੜ੍ਹਾ ਜਿਹਾ ਬਾਕੀ ਹੋਰ ਇਹਦੇ ਵਿੱਚ ਫਰਕ ਹੈਗਾ ਥੋੜ੍ਹਾ ਜਿਹਾ, ਕਿਉਂਕਿ ਗਵਰਨਰ ਜਨਰਲ ਵੀ ਕੁਛ ਨਾ ਕੁਛ ਪਾਰਟ ਸੀਗਾ ਇਹਦਾ ਇੰਟਰਿਮ ਗਵਰਨਮੈਂਟ ਦਾ, ਬਾਕੀ ਸਾਰੇ ਇਹਦੇ ਵਿੱਚ ਇੰਡੀਅਨ ਸੀਗੇ। ਤਾਂ ਇੱਕ ਆਂਤਰਿਕ ਸਰਕਾਰ ਵੀ ਹੋਣੀ ਚਾਹੀਦੀ ਹੈ। ਇਹ ਕੀ ਪੜ੍ਹ ਰਹੇ ਆਪਾਂ? ਕੈਬਨਿਟ ਮਿਸ਼ਨ ਪਲਾਨ ਦੇ ਰეკਮੈਂਡੇਸ਼ਨਸ ਪੜ੍ਹ ਰਹੇ ਹਾਂ। ਉਹਨਾਂ ਦੇ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਸੀ ਵੀ ਇਹ ਚੀਜ਼ਾਂ ਹੁਣ ਹੋਣੀਆਂ ਚਾਹੀਦੀਆਂ ਨੇ। ਕਦੋਂ? ਪਾਵਰ ਟਰਾਂਸਫਰ ਵੇਲੇ, ਠੀਕ ਹੈ, ਜਾਂ ਫਿਰ ਜਦੋਂ ਲੀਗ ਅਤੇ ਕਾਂਗਰਸ ਦੇ ਵਿੱਚ ਡਿਵੀਜ਼ਨ ਹੋਣੀ ਸੀਗੀ ਪਾਵਰਸ ਦੀ। ਰਿਜੈਕਸ਼ਨ ਆਫ ਪਾਕਿਸਤਾਨ, ਗਰੁੱਪਿੰਗ, ਕੌਂਸਟੀਟਿਊਸ਼ਨ ਅਸੈਂਬਲੀ ਅਤੇ ਇੰਟਰਿਮ ਗਵਰਨਮੈਂਟ, ਇਹ ਚਾਰ ਜਿਹੜੀਆਂ ਮੇਨ ਪ੍ਰੋਵੀਜ਼ਨ ਸੀਗੀਆਂ ਕੈਬਨਿਟ ਮਿਸ਼ਨ ਨੇ ਦਿੱਤੀਆਂ। ਲੀਗ ਨੇ, ਦੇਖੋ ਤੁਸੀਂ ਇੱਕ ਚੀਜ਼ ਧਿਆਨ ਦੇਣੀ ਹੈ ਹੁਣ, ਦੇਖੋ ਭਾਵੇਂ ਉਰੇ ਪਾਕਿਸਤਾਨ ਨੂੰ ਰਿਜੈਕਟ ਕਰ ਦਿੱਤਾ ਗਿਆ, ਲੀਗ ਨੇ, ਮੁਸਲਿਮ ਲੀਗ ਨੇ ਪਹਿਲਾਂ ਇਸ ਪਲਾਨ ਨੂੰ ਐਕਸੈਪਟ ਕਰ ਲਿਆ ਸੀਗਾ। ਬਹੁਤ ਇੰਪੋਰਟੈਂਟ ਹੈ ਜੀ ਇਹ, ਕਿ ਮੁਸਲਿਮ ਲੀਗ ਨੇ, ਇਸ ਮੁਸਲਿਮ ਲੀਗ ਦੀ ਸਭ ਤੋਂ ਵੱਡੀ ਡਿਮਾਂਡ ਤਾਂ ਹੈ ਹੀ ਗਈ ਸੀ ਪਾਕਿਸਤਾਨ ਦੀ। ਦੇਖੋ ਫਿਰ ਵੀ ਇਸ ਮਿਸ਼ਨ ਦੇ ਜਿਹੜੇ ਰਿਕਮੈਂਡੇਸ਼ਨ ਸੀ ਉਹਨਾਂ ਨੂੰ ਐਕਸੈਪਟ ਕਰ ਲਿਆ ਸੀਗਾ। ਬਹੁਤ ਇੰਪੋਰਟੈਂਟ ਹੈ ਇਹ, ਠੀਕ ਹੈ। ਤਾਂ ਇੱਥੋਂ ਕੀ ਸਾਬਿਤ ਹੁੰਦਾ ਹੈ ਵੀ 1946 ਤੱਕ ਵੀ ਜਿਹੜੀ ਪਾਰਟੀਸ਼ਨ ਹੈ, ਬਟਵਾਰਾ ਹੈ, ਉਹਨੂੰ ਰੋਕਿਆ ਜਾ ਸਕਦਾ ਸੀ, ਬਟਵਾਰੇ ਨੂੰ ਰੋਕਿਆ ਜਾ ਸਕਦਾ ਸੀ। ਮੁਸਲਿਮ ਲੀਗ ਬਹੁਤ ਕੋਈ ਸੀਰੀਅਸ ਨਹੀਂ ਸੀਗੀ ਪਾਕਿਸਤਾਨ ਨੂੰ ਲੈ ਕੇ, ਠੀਕ ਹੈ ਨਾ, ਬਹੁਤ ਸੀਰੀਅਸ ਨਹੀਂ ਸੀਗੀ। ਇਸ ਤੋਂ ਪਤਾ ਲੱਗਦਾ ਆਪਾਂ ਨੂੰ ਇਸ ਚੀਜ਼ ਤੋਂ, ਵਰਨਾ ਤਾਂ ਮੁਸਲਿਮ ਲੀਗ ਸਿੱਧਾ ਰਿਜੈਕਟ ਕਰ ਦਿੰਦੀ ਵੀ ਨਹੀਂ, ਪਾਕਿਸਤਾਨ ਸਾਡੀ ਪਹਿਲੀ ਡਿਮਾਂਡ ਹੈ, ਤੁਸੀਂ ਇਹਨੂੰ ਕਿਵੇਂ ਰਿਜੈਕਟ ਕਰ ਰਹੇ ਹੋ, ਠੀਕ ਹੈ। ਬਟ ਮੁਸਲਿਮ ਲੀਗ ਨੇ ਇਹ ਐਕਸੈਪਟ ਕੀਤਾ, ਤਾਂ ਕਿਉਂਕਿ ਉਹ ਬਹੁਤ ਸੀਰੀਅਸ ਨਹੀਂ ਸੀ। ਉਹਨਾਂ ਨੇ ਸਿਰਫ ਪਾਕਿਸਤਾਨ ਦਾ ਜਿਹੜਾ ਇਹ ਡੱਡੂ ਸੀਗਾ ਖੜਾ ਕੀਤਾ, ਸਿਰਫ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਕੀਤਾ, ਸਿਰਫ ਲੋਕਾਂ ਨੂੰ ਆਪਣੇ ਵੱਲ ਖਿੱਚਣ ਨਹੀਂ ਕੀਤਾ, ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ, ਆਪਾਂ ਕਹਿ ਸਕਦੇ ਹਾਂ, ਠੀਕ ਹੈ। ਤਾਂ ਬਹੁਤ ਸੀਰੀਅਸ ਨਹੀਂ ਸੀਗੇ ਇਹ, ਠੀਕ ਹੈ। ਹੁਣ ਜਦੋਂ ਇਹ ਚੀਜ਼ਾਂ ਹੋਈਆਂ ਤਾਂ ਮੁਸਲਿਮ ਲੀਗ ਨੇ ਇੱਕ ਵਾਰੀ ਤਾਂ ਐਕਸੈਪਟ ਕਰ ਲਿਆ ਇਹ ਪਲਾਨ, ਠੀਕ ਹੈ। ਬਟ ਫਿਰ ਉਦੋਂ ਬਾਅਦ 'ਚੋਂ ਕਾਂਗਰਸ ਅਤੇ ਲੀਗ ਦੇ ਵਿੱਚ ਫਿਰ ਪ੍ਰੋਬਲਮ ਸਟਾਰਟ ਹੋ ਗਈਆਂ। ਅਤੇ ਉਸ ਤੋਂ ਬਾਅਦ 'ਚੋਂ ਜਦੋਂ ਜਿਹੜੇ ਪਹਿਲਾਂ ਮੁਸਲਿਮ ਲੀਗ ਨੇ ਇਹ ਪਲਾਨ ਐਕਸੈਪਟ ਕੀਤਾ ਸੀ, ਬਾਅਦ ਦੇ ਵਿੱਚ ਫਿਰ ਉਹਨਾਂ ਨੇ ਵਿਦਡਰੋ ਕਰ ਲਿਆ ਕਿ ਅਸੀਂ ਇਸ ਪਲਾਨ ਨੂੰ ਨਹੀਂ ਮੰਨਦੇ ਹੈਗੇ। ਹੁਣ ਫਿਰ ਉਹ ਪਾਕਿਸਤਾਨ ਦੇ ਉੱਪਰ ਆ ਕੇ ਖੜ੍ਹ ਗਏ ਕਿ ਅਸੀਂ ਤਾਂ ਹੁਣ ਪਾਕਿਸਤਾਨ ਹੀ ਲੈ ਕੇ ਰਹਾਂਗੇ। ਹੁਣ ਜੇ ਤੁਸੀਂ ਉਹ ਮੁਸਲਿਮ ਲੀਗ ਕੀ ਕਹਿੰਦੀ, ਜੇ ਤੁਸੀਂ ਸਾਨੂੰ ਪਾਕਿਸਤਾਨ ਸਿੱਧੀ ਮਤ ਨਾਲ ਨਹੀਂ ਦਿੰਦੇ, ਅਸੀਂ ਫਿਰ ਹੁਣ ਧੱਕੇ ਨਾਲ ਲਵਾਂਗੇ। ਉਸ ਨੂੰ ਇਹਨਾਂ ਨੇ ਨਾਮ ਦਿੱਤਾ ਡਾਇਰੈਕਟ ਐਕਸ਼ਨ ਦਾ, ਲੜਕੇ ਲੈਂਗੇ ਪਾਕਿਸਤਾਨ, ਦੈਟ ਵਾਸ ਦਾ ਸਲੋਗਨ, ਉਹਨਾਂ ਦਾ ਨਾਰਾ ਸੀ ਲੜਕੇ ਲੈਂਗੇ ਪਾਕਿਸਤਾਨ, ਵੀ ਲੜਕੇ ਲਵਾਂਗੇ ਹੁਣ ਅਸੀਂ ਜੇ ਤੁਸੀਂ ਸਿੱਧੀ ਮਤ ਨਾਲ ਨਹੀਂ ਦਿੰਦੇ। ਤਾਂ ਉਹਨਾਂ ਨੇ ਡਾਇਰੈਕਟ ਐਕਸ਼ਨ ਦਾ ਨਾਮ ਲਿਆ। ਕਦੋਂ ਦਿੱਤਾ ਉਹਨਾਂ ਨੇ? ਅਗਸਤ 16 ਨੂੰ 1946 ਨੂੰ,
ਤਾਂ ਉਰੋਂ ਇਦੋਂ ਬਾਅਦ 'ਚ ਫਿਰ ਕਮਿਊਨਲ ਰਾਈਟਸ ਬਹੁਤ ਵਧੇ, ਉਰੇ ਦੰਗੇ ਬਹੁਤ ਵਧੇ, ਕਿਉਂਕਿ ਡਾਇਰੈਕਟ ਐਕਸ਼ਨ ਦਾ ਮਤਲਬ ਇਹੀ ਸੀ ਵੀ ਲੜ ਕੇ ਲੈਣਾ, ਵੀ ਹੁਣ ਤਾਂ ਅਸੀਂ ਆਪਦੇ ਆਪ ਧੱਕੇ ਨਾਲ ਲਵਾਂਗੇ ਅਸੀਂ, ਠੀਕ ਹੈ। ਤਾਂ ਮੁਸਲਿਮ ਲੀਗ ਨੇ ਸਿੱਧਾ ਇਹ ਮਤਲਬ ਐਲਾਨ ਕਰਤਾ ਆਪਦੇ ਜਿਹੜੇ ਉਹਨਾਂ ਦੇ ਵਲੰਟੀਅਰ ਸੀ, ਜਿਹੜੇ ਮੁਸਲਿਮ ਲੀਗ ਦੇ ਮੈਂਬਰ ਸੀਗੇ, ਵੀ ਤੁਸੀਂ ਚੱਕ ਦਿਓ ਫੱਟੇ, ਤੁਸੀਂ ਦੰਗੇ ਕਰੋ ਫੁੱਲ ਫਲਾ, ਠੀਕ ਹੈ। ਤਾਂ ਮਤਲਬ ਇਹ ਚੀਜ਼ ਹੋਈ ਸੀ, ਕਦੋਂ ਹੋਈ ਸੀ? ਜਦੋਂ ਇਹਨਾਂ ਨੇ ਕੈਬਨਿਟ ਮਿਸ਼ਨ ਪਲਾਨ ਤੋਂ ਵਿਦਡਰੋ ਕਰ ਲਿਆ ਸੀ। ਧਿਆਨ ਨਾਲ ਦੇਖਣਾ, ਪਹਿਲਾਂ ਇੱਕ ਵਾਰੀ ਇਹਨਾਂ ਨੇ ਐਕਸੈਪਟ ਕਰ ਲਿਆ ਸੀ, ਬਟ ਬਾਅਦ 'ਚੋਂ ਫਿਰ ਡਿਫਰੈਂਸਿਸ ਆ ਗਏ ਦੋਨਾਂ ਦੇ ਵਿੱਚ, ਫਿਰ ਇਹਨਾਂ ਨੇ ਵਿਦਡਰੋ ਕਰ ਲਿਆ ਵੀ ਅਸੀਂ ਨਹੀਂ ਮੰਨਦੇ ਹੈਗੇ ਪਲਾਨ ਨੂੰ, ਫਿਰ ਅਸੀਂ ਕਹਿੰਦੇ ਅਸੀਂ ਡਾਇਰੈਕਟ ਐਕਸ਼ਨ ਨਾਲ ਪਾਕਿਸਤਾਨ ਲੈ ਕੇ ਰਹਾਂਗੇ, ਠੀਕ ਹੈ। ਇਹ ਚੀਜ਼ ਹੈ ਜੀ। ਕਦੋਂ ਹੋਇਆ ਸੀ? ਜਸਟ 1 ਸਾਲ ਪਹਿਲਾਂ, ਐਗਜ਼ੈਕਟਲੀ 1 ਸਾਲ ਪਹਿਲਾਂ ਡਾਇਰੈਕਟ ਐਕਸ਼ਨ ਮਨਾਇਆ ਗਿਆ ਸੀ। ਤਾਂ ਉਰੋਂ ਆਪਾਂ ਨੂੰ ਡੇਟ ਯਾਦ ਰੱਖਣੀ ਸੌਖੀ ਹੈ। ਇਹ ਡਾਇਰੈਕਟ ਐਕਸ਼ਨ ਦਾ ਜਿਹੜਾ ਡੇ ਸੀ ਅਗਸਤ 16 1946 ਸੀਗਾ, ਅਤੇ ਇਸ ਦਿਨ ਫਿਰ ਕਮਿਊਨਲ ਰਾਈਟਸ ਬਹੁਤ ਹੋਏ ਸੀਗੇ ਇਸ ਤੋਂ ਬਾਅਦ। ਹੁਣ ਆਪਾਂ ਇੰਟਰਿਮ ਗਵਰਨਮੈਂਟ ਦੀ ਗੱਲ ਕਰ ਰਹੇ ਸੀਗੇ ਵੀ ਕੈਬਨਿਟ ਮਿਸ਼ਨ ਪਲਾਨ ਨੇ ਇੱਕ ਇੰਟਰਿਮ ਗਵਰਨਮੈਂਟ ਦੀ ਗੱਲ ਕੀਤੀ ਹੈ, ਇੱਕ ਸਰਕਾਰ ਦੀ ਗੱਲ ਕੀਤੀ ਹੈ। ਸਰਕਾਰ ਸਮਝ ਰਹੇ ਹੋ ਨਾ, ਵੀ ਜਿਵੇਂ ਹੁਣ ਪ੍ਰਧਾਨ ਮੰਤਰੀ ਹੋਵੇ ਜਾਂ ਇੱਦਾਂ ਦੀ ਚੀਜ਼ਾਂ ਹੋਰ ਹੋਣ, ਉਹਦੇ ਵਿੱਚ ਹੋਮ ਮਿਨਿਸਟਰ ਹੋਵੇ, ਫਾਈਨਾਂਸ ਮਿਨਿਸਟਰ ਹੋਵੇ। ਸਰਕਾਰ ਦਾ ਮਤਲਬ ਉਹੀ ਹੋ ਗਿਆ ਨਾ ਕਿ ਜਿਹੜੇ ਸਾਰੇ ਮੰਤਰੀ ਹੋਣ, ਉਹਦੇ ਮੰਤਰੀ ਮੰਡਲ ਆਪਾਂ ਕਹਿ ਸਕਦੇ ਹਾਂ, ਤਾਂ ਇਹੀ ਸਰਕਾਰ ਹੁੰਦੀ ਹੈ। ਤਾਂ ਇਹ ਸਰਕਾਰ ਲੈ ਕੇ ਆਉਣੀ ਸੀ। ਹੁਣ ਅਸੀਂ ਦੇਖਦੇ ਹਾਂ ਕਿ ਉਹ ਸਰਕਾਰ ਦੇ ਵਿੱਚ ਕੀ ਕੁਛ ਹੈਗਾ। ਦੇਖੋ, ਸਤੰਬਰ ਦੇ ਵਿੱਚ ਸਰਕਾਰ ਬਣ ਗਈ ਸੀਗੀ, ਸਰਕਾਰ ਇੰਟਰਿਮ ਗਵਰਨਮੈਂਟ ਹੈਡਡ ਬਾਏ ਨਹਿਰੂ। ਪਹਿਲੀ ਗੱਲ ਤਾਂ ਇਹ ਵੀ ਕੁਐਸਚਨ ਬਹੁਤ ਵਾਰੀ ਆਇਆ ਵੀ ਜਿਹੜੀ ਇੰਟਰਿਮ ਗਵਰਨਮੈਂਟ ਸੀ ਉਹਦਾ ਹੈੱਡ ਕੌਣ ਸੀ? ਤਾਂ ਉਹਦਾ ਹੈੱਡ ਸੀਗਾ ਜੀ ਨਹਿਰੂ, ਜਵਾਹਰ ਲਾਲ ਨਹਿਰੂ। ਇਹ ਇੰਪੋਰਟੈਂਟ ਹੈ ਜੀ, ਕਾਫੀ ਬਹੁਤ ਵਾਰੀ ਕੁਐਸਚਨ ਆਉਂਦਾ ਇਹ, ਠੀਕ ਹੈ। ਹੁਣ ਥੋੜ੍ਹਾ ਜਿਹਾ ਆਪਾਂ ਦੁਬਾਰਾ ਟਾਈਮ ਲਾਈਨ ਦੇਖ ਲਈਏ, ਕਦੋਂ ਇਹਨਾਂ ਨੇ ਰੈਕਮੈਂਡੇਸ਼ਨ ਦਿੱਤਾ। ਆਪਾਂ ਦੇਖਿਆ ਸੀ ਮਾਰਚ ਦੇ ਵਿੱਚ, ਮਾਰਚ 1946 ਦੇ ਵਿੱਚ ਆਏ ਸੀਗੇ, ਠੀਕ ਹੈ। ਤਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਨੇ ਆਪਣੀ ਰੈਕਮੈਂਡੇਸ਼ਨ ਦੇ ਦਿੱਤੀਆਂ, ਠੀਕ ਹੈ। ਫਿਰ ਜੁਲਾਈ ਦੇ ਵਿੱਚ ਪਹਿਲਾਂ ਇਹਨਾਂ ਨੇ ਮਾਰਚ ਦੇ ਵਿੱਚ ਆ ਗਏ ਸੀਗੇ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ। ਇੱਦੋਂ ਪਹਿਲਾਂ ਮੁਸਲਿਮ ਲੀਗ ਨੇ ਮੰਨ ਕੇ ਜੁਲਾਈ ਦੇ ਵਿੱਚ ਵਿਦਡਰੋ ਵੀ ਕਰ ਲਿਆ, ਠੀਕ ਹੈ। ਅਗਸਤ ਦੇ ਵਿੱਚ ਆ ਗਿਆ ਡਾਇਰੈਕਟ ਐਕਸ਼ਨ, ਠੀਕ ਹੈ। ਹੁਣ ਥੋੜ੍ਹੇ ਮਹੀਨੇ ਬਾਅਦ ਹੀ, ਅਗਸਤ ਅਗਲੇ ਮਹੀਨੇ ਹੀ ਇੰਟਰਿਮ ਗਵਰਨਮੈਂਟ ਬਣ ਗਈ, ਸਰਕਾਰ ਬਣ ਗਈ। ਉਦੋਂ 1 ਮਹੀਨਾ ਬਾਅਦ ਲੀਗ ਨੇ ਸਰਕਾਰ ਜੁਆਇਨ ਕਰ ਲਈ, ਇੱਥੇ ਥੋੜ੍ਹਾ ਜਿਹਾ ਧਿਆਨ ਦੇਣ ਵਾਲੀ ਗੱਲ ਹੈਗੀ, ਠੀਕ ਹੈ। ਲੀਗ ਨੇ ਸਰਕਾਰ ਦੇ ਵਿੱਚ ਜੁਆਇਨ ਕਰ ਲਿਆ। ਅਤੇ ਇੱਕ ਹੋਰ ਜਿਹੜੀ ਰੈਕਮੈਂਡੇਸ਼ਨ ਸੀ ਕੈਬਨਿਟ ਮਿਸ਼ਨ ਦੀ, ਉਹ ਸੀਗੀ ਕੌਂਸਟੀਟਿਊਂਟ ਅਸੈਂਬਲੀ। ਇਹ ਦੋ ਵੱਖਰੀਆਂ ਚੀਜ਼ਾਂ ਨੇ, ਦੋਨੇ ਇੰਪੋਰਟੈਂਟ ਨੇਗੀਆਂ, ਕੌਂਸਟੀਟਿਊਂਟ ਅਸੈਂਬਲੀ ਅਤੇ ਇੰਟਰਿਮ ਗਵਰਨਮੈਂਟ। ਇੰਟਰਿਮ ਗਵਰਨਮੈਂਟ ਤਾਂ ਅਸੀਂ ਦੇਖ ਲਿਆ ਕਿ ਬਣ ਗਈ ਉਰੇ ਸਤੰਬਰ ਦੇ ਵਿੱਚ, ਠੀਕ ਹੈ, ਨਹਿਰੂ ਦੇ ਦੁਆਰਾ, ਅਤੇ ਲੀਗ ਨੇ ਜੁਆਇਨ ਵੀ ਕਰ ਲਿਆ। ਦੂਸਰੀ ਜਿਹੜੀ ਰੈਕਮੈਂਡੇਸ਼ਨ ਸੀ ਉਹ ਸੀ ਕੌਂਸਟੀਟਿਊਂਟ ਅਸੈਂਬਲੀ ਦੀ, ਠੀਕ ਹੈ। ਇਹ ਕਦੋਂ ਬਣੀ? ਇਹਦੀ ਪਹਿਲੀ ਮੀਟਿੰਗ ਕਦੋਂ ਹੋਈ? ਦਸੰਬਰ 9 1946। ਇਹ ਇੰਪੋਰਟੈਂਟ ਡੇਟ ਹੈ ਜੀ, ਕਾਫੀ ਵਾਰੀ ਆਈ ਹੈ ਇਹ ਵੀ ਕਦੋਂ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਉਹ ਹੋਈ ਸੀ ਦਸੰਬਰ 9 1946, ਠੀਕ ਹੈ। ਇਹ ਚੀਜ਼ ਸੀਗੀ, ਪਹਿਲੀ ਮੀਟਿੰਗ ਹੋਈ ਸੀ ਇਹਦੀ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਲੀਗ ਨੇ ਕੌਂਸਟੀਟਿਊਂਟ ਅਸੈਂਬਲੀ ਨੂੰ ਬਾਈਕਾਟ ਕੀਤਾ। ਇੱਥੇ ਥੋੜ੍ਹਾ ਜਿਹਾ ਸਮਝਣ ਵਾਲੀ ਲੋੜ ਹੈ, ਜਿਹੜੀ ਗਵਰਨਮੈਂਟ ਸੀ ਉਹਨੂੰ ਤਾਂ ਜੁਆਇਨ ਕਰ ਲਿਆ, ਜਿਹੜੀ ਅਸੈਂਬਲੀ ਸੀ ਉਹਨੂੰ ਬਾਈਕਾਟ ਕੀਤਾ। ਦੇਖੋ, ਧਿਆਨ ਨਾਲ ਦੇਖਣਾ ਇਸ ਚੀਜ਼ ਨੂੰ। ਕਾਰਨ ਕੀ ਹੈ? ਕਿਉਂਕਿ ਉਹਨਾਂ ਨੇ ਪਲਾਨ ਹੀ ਰਿਜੈਕਟ ਕਰਤਾ। ਇਹ ਦੋਨੇ ਚੀਜ਼ਾਂ ਆਈਆਂ ਕਿੱਥੋਂ ਸੀਗੀਆਂ? ਇੰਟਰਿਮ ਗਵਰਨਮੈਂਟ ਅਤੇ ਅਸੈਂਬਲੀ ਕਿੱਥੋਂ ਆਈਆਂ ਸੀ? ਕੈਬਨਿਟ ਮਿਸ਼ਨ ਪਲਾਨ ਨਾਲ ਆਈਆਂ ਸੀਗੀਆਂ, ਇਹ ਪਤਾ ਆਪਾਂ ਨੂੰ, ਠੀਕ ਹੈ। ਤਾਂ ਹੁਣ ਜਦੋਂ ਮੁਸਲਿਮ ਲੀਗ ਨੇ ਕੈਬਨਿਟ ਮਿਸ਼ਨ ਪਲਾਨ ਰਿਜੈਕਟ ਕਰਤਾ, ਫਿਰ ਕੀ ਮਤਲਬ ਸੀ ਵੀ ਨਾ ਤਾਂ ਇਹ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਪਾਰਟੀਸਪੇਟ ਕਰਨਗੇ ਅਤੇ ਨਾ ਹੀ ਗਵਰਨਮੈਂਟ ਦੇ ਵਿੱਚ ਪਾਰਟੀਸਪੇਟ ਕਰਨਗੇ, ਠੀਕ ਹੈ। ਇਹੀ ਮਤਲਬ ਹੋਇਆ ਨਾ, ਕਿਉਂਕਿ ਇਹ ਦੋਨੇ ਚੀਜ਼ਾਂ ਕਿੱਥੋਂ ਆਈਆਂ ਸੀਗੀਆਂ? ਕੈਬਨਿਟ ਮਿਸ਼ਨ ਪਲਾਨ ਨਾਲ। ਜੇ ਤੁਸੀਂ ਕੈਬਨਿਟ ਮਿਸ਼ਨ ਪਲਾਨ ਨਹੀਂ ਮੰਨ ਰਹੇ, ਮਤਲਬ ਇਹ ਚੀਜ਼ਾਂ ਵੀ ਨਹੀਂ ਮੰਨ ਰਹੇ ਹੈਗੇ। ਬਟ ਮੁਸਲਿਮ ਲੀਗ ਇੱਥੇ ਜਿਹੜੀ ਕੀ ਹੈ ਆਪਣਾ ਦੋਹਰਾ ਚਿਹਰਾ ਦਿਖਾ ਰਹੀ ਸੀਗੀ। ਉਹਨਾਂ ਨੇ ਕੌਂਸਟੀਟਿਊਂਟ ਅਸੈਂਬਲੀ ਤਾਂ ਬਾਈਕਾਟ ਕਰ ਦਿੱਤੀ, ਬਟ ਗਵਰਨਮੈਂਟ, ਕਿਉਂਕਿ ਸਰਕਾਰ ਦੀ ਸੱਤਾ ਦੀ ਜਿਹੜੀ ਤਾਕਤ ਹੈ, ਸੱਤਾ ਦਾ ਜਿਹੜਾ ਪ੍ਰੇਮ ਹੈ, ਉਹ ਕੋਈ ਵੀ ਛੱਡਣਾ ਨਹੀਂ ਚਾਹੁੰਦਾ ਹੁੰਦਾ। ਤਾਂ ਗਵਰਨਮੈਂਟ ਨੂੰ ਬਾਈਕਾਟ ਨਹੀਂ ਕੀਤਾ, ਗਵਰਨਮੈਂਟ ਦੇ ਵਿੱਚ ਪਾਰਟੀਸਪੇਟ ਕਰ ਲਿਆ, ਠੀਕ ਹੈ। ਲੇਟ ਕੀਤਾ ਬਟ ਕਰ ਲਿਆ, ਕਿਉਂਕਿ ਸਤੰਬਰ ਦੇ ਵਿੱਚ ਸਰਕਾਰ ਬਣ ਗਈ ਸੀ। ਪਹਿਲਾਂ ਤਾਂ ਇਹ ਮੁਸਲਿਮ ਲੀਗ ਕਹਿੰਦੀ ਅਸੀਂ ਜੁਆਇਨ ਨਹੀਂ ਕਰਦੇ, ਬਟ ਅਗਲੇ ਮਹੀਨੇ ਹੀ ਜੁਆਇਨ ਕਰ ਲਿਆ ਗਵਰਨਮੈਂਟ ਨੂੰ। ਬਟ ਜਿਹੜੀ ਅਸੈਂਬਲੀ ਸੀ ਉਹਦੇ ਵਿੱਚ ਫਿਰ ਵੀ ਨਹੀਂ ਜੁਆਇਨ ਕੀਤਾ ਹੈਗਾ। ਤਾਂ ਇੱਥੇ ਵੀ ਜੁਆਇਨ ਕਿਉਂ ਕੀਤਾ ਸਰਕਾਰ ਦੇ ਵਿੱਚ? ਤਾਂ ਕਿ ਜਿਹੜਾ ਕਾਂਗਰਸ ਨੂੰ ਕੋਈ ਵੀ ਕੰਮ ਨਾ ਕਰਨ ਦਿੱਤਾ ਜਾਵੇ, ਕਾਂਗਰਸ ਨੂੰ ਕੋਈ ਕੰਮ ਨਹੀਂ ਕਰਨ ਦੇਣਾ ਹੈਗਾ। ਇਸ ਕਰਕੇ ਲੀਗ ਨੇ ਸਰਕਾਰ ਦੇ ਵਿੱਚ ਪਾਰਟੀਸਪੇਟ ਕੀਤਾ। ਧਿਆਨ ਦੇਣਾ, ਦੋ ਅਲੱਗ-ਅਲੱਗ ਚੀਜ਼ਾਂ ਨੇ, ਸਰਕਾਰ ਅਤੇ ਅਸੈਂਬਲੀ। ਤੁਸੀਂ ਸਮਝ ਕਿਵੇਂ ਸਕਦੇ ਹੋ? ਅਸੈਂਬਲੀ ਤਾਂ ਆਪਣੀ ਪਾਰਲੀਮੈਂਟ ਹੋ ਗਈ, ਅਸੈਂਬਲੀ ਆਪਣੀ ਅੱਜ ਦੀ ਪਾਰਲੀਮੈਂਟ ਹੋ ਗਈ, ਸਰਕਾਰ ਆਪਣੀ ਜਿਵੇਂ ਅੱਜ ਦੀ ਸਰਕਾਰ ਹੋ ਗਈ, ਜਿਵੇਂ ਪ੍ਰਾਈਮ ਮਿਨਿਸਟਰ ਹੋ ਗਏ ਉਹਦੇ ਵਿੱਚ, ਠੀਕ ਹੈ। ਤਾਂ ਹੁਣ ਸਰਕਾਰ ਦੇ ਵਿੱਚ ਕਿਹੜੇ ਕੀ ਚੀਜ਼ ਹੁੰਦੀਆਂ ਨੇ ਚੀਜ਼ਾਂ, ਜਿਵੇਂ ਫਾਈਨਾਂਸ ਮਿਨਿਸਟਰ, ਹੋਮ ਮਿਨਿਸਟਰ, ਠੀਕ ਹੈ। ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਕੌਣ ਹੁੰਦੇ ਨੇ? ਸਿੰਪਲ MPs ਹੁੰਦੇ ਨੇ, ਠੀਕ ਹੈ। ਇਹਨਾਂ ਕੋਲ ਜ਼ਿਆਦਾ ਕੋਈ ਪਾਵਰ ਹੁੰਦੀ ਨਹੀਂ, ਪਾਵਰ ਇਹਨਾਂ ਕੋਲ ਹੀ ਹੁੰਦੀ ਹੈ। ਇਸੇ ਕਰਕੇ ਇੱਥੋਂ ਤਾਂ ਮੁਸਲਿਮ ਲੀਗ ਨੇ ਬਾਈਕਾਟ ਕੀਤਾ ਇਸ ਚੀਜ਼ ਨੂੰ, ਤਾਂ ਇੱਥੇ ਪਾਰਟੀਸਪੇਟ ਕਰ ਲਿਆ, ਠੀਕ ਹੈ ਨਾ। ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਬੰਦੇ ਮੰਤਰੀ ਬਣਨਗੇ, ਤਗੜੇ ਮੰਤਰੀ ਬਣਨਗੇ। ਅਸੀਂ ਦੇਖਾਂਗੇ ਹੁਣ ਨੈਕਸਟ ਸਲਾਈਡ ਦੇ ਵਿੱਚ ਕਿ ਮੁਸਲਿਮ ਲੀਗ ਦੇ ਬੰਦੇ ਕਿਹੜੇ ਤਗੜੇ ਮੰਤਰੀ ਬਣੇ ਸੀਗੇ। ਇਹ ਸਾਡੀ ਹੈਗੀ ਜੀ ਇੰਟਰਿਮ ਗਵਰਨਮੈਂਟ।
ਇੰਟਰਿਮ ਗਵਰਨਮੈਂਟ ਅਸੀਂ ਦੇਖਿਆ ਕਿ ਸਤੰਬਰ ਦੇ ਵਿੱਚ ਬਣ ਗਈ ਸੀਗੀ, ਸਤੰਬਰ ਦੇ ਵਿੱਚ ਇੰਟਰਿਮ ਗਵਰਨਮੈਂਟ ਬਣ ਗਈ ਸੀਗੀ। ਤਾਂ ਸਤੰਬਰ ਤੋਂ ਲੈ ਕੇ ਜੋ ਤੱਕ ਸਾਡੀ ਆਜ਼ਾਦੀ ਨਹੀਂ ਹੋਈ ਅਸੀਂ ਉਸ ਟਾਈਮ ਪੀਰੀਅਡ ਨੂੰ ਇੰਟਰਿਮ ਗਵਰਨਮੈਂਟ ਕਹਿੰਦੇ ਹਾਂ। ਠੀਕ ਹੈ, ਇਹ ਸਾਰੇ ਪੋਰਟਫੋਲੀਓ ਨੇ ਜੀ, ਇਹਦੇ ਵਿੱਚੋਂ ਆਪਾਂ ਸਾਰੇ ਨਹੀਂ ਯਾਦ ਕਰਨੇ ਹੈਗੇ, ਆਪਣੇ ਕੁਝ ਯਾਦ ਕਰਨੇ ਉਹ ਆਪਾਂ ਦੇਖ ਲੈਂਦੇ ਹਾਂ। ਇੱਕ ਤਾਂ ਦੇਖੋ ਜਵਾਹਰ ਲਾਲ ਨਹਿਰੂ, ਠੀਕ ਹੈ, ਇਹ ਗਵਰਨਮੈਂਟ ਦਾ ਹੈੱਡ ਸੀ, ਆਪਾਂ ਨੂੰ ਪਤਾ ਹੈ ਕਿਉਂਕਿ ਅਸੀਂ ਪੜ੍ਹ ਕੇ ਆਏ ਹਾਂ, ਇੰਟਰਿਮ ਗਵਰਨਮੈਂਟ ਹੈਡਡ ਬਾਏ ਨਹਿਰੂ। ਠੀਕ ਹੈ, ਇਹਦੇ ਕੋਲ ਕਿਹੜੇ ਪੋਰਟਫੋਲੀਓ ਸੀਗੇ, ਐਕਸਟਰਨਲ ਅਫੇਅਰਸ ਦਾ, ਕਾਮਨਵੈਲਥ ਦਾ। ਠੀਕ ਹੈ, ਇੱਕ ਤਾਂ ਇਹ ਯਾਦ ਕਰਨਾ ਆਪਾਂ ਨੇ। ਇੱਕ ਯਾਦ ਕਰਨਾ ਪਟੇਲ ਦਾ, ਕਿਹੜਾ ਸੀ, ਹੋਮ। ਠੀਕ ਹੈ, ਇਹ ਯਾਦ ਕਰਨਾ ਕਰ ਲਓ, ਨਹੀਂ ਨਾ ਸੀ, ਹੋਮ ਜ਼ਰੂਰੀ ਹੈ ਯਾਦ ਕਰਨਾ। ਬਲਦੇਵ ਸਿੰਘ ਦਾ ਕਿਹੜਾ ਸੀ, ਡਿਫੈਂਸ, ਸਰਦਾਰ ਬਲਦੇਵ ਸਿੰਘ। ਠੀਕ ਹੈ, ਸੀ ਰਾਜਾ ਗੋਪਾਲਾਚਾਰੀ ਐਜੂਕੇਸ਼ਨ, ਰਾਜਿੰਦਰ ਪ੍ਰਸਾਦ ਐਗਰੀਕਲਚਰ, ਜਗਜੀਵਨ ਰਾਮ ਲੇਬਰ, ਅਸਫ ਅਲੀ ਜਿਹੜੀ ਆਪਾਂ ਪਹਿਲਾਂ ਪੜ੍ਹ ਕੇ ਆਏ ਅਰੁਣਾ ਅਸਫ ਅਲੀ ਰੇਲਵੇ, ਲਿਆਕਤ ਅਲੀ ਖਾਨ। ਦੇਖੋ ਹੁਣ ਮੁਸਲਿਮ ਲੀਗ, ਅਸੀਂ ਕਹਿ ਰਹੇ ਕਿ ਮੁਸਲਿਮ ਲੀਗ ਨੇ ਸਰਕਾਰ ਦੇ ਵਿੱਚ ਪਾਰਟਿਸਿਪੇਟ ਕੀਤਾ, ਤਾਂ ਜਿਹੜੇ ਮੁਸਲਿਮ ਲੀਗ ਦੇ ਬੰਦੇ ਸੀ ਉਹਨਾਂ ਨੂੰ ਓਬਵੀਅਸਲੀ ਮਿਨਿਸਟਰੀਆਂ ਦੇਣੀਆਂ ਪੈਣੀਆਂ ਸੀਗੀਆਂ। ਤਾਂ ਲਿਆਕਤ ਅਲੀ ਖਾਨ ਨੂੰ ਕਿੱਡੀ ਇੰਪੋਰਟੈਂਟ ਮਿਨਿਸਟਰੀ ਦਿੱਤੀ ਹੈ, ਫਾਈਨਾਂਸ ਮਿਨਿਸਟਰੀ। ਦੇਖੋ ਧਿਆਨ ਨਾਲ ਦੇਖੋ। ਠੀਕ ਹੈ, ਇਹੀ ਕਾਰਨ ਸੀ ਕਿ ਕਿਉਂਕਿ ਮੁਸਲਿਮ ਲੀਗ ਦਾ ਮੋਟੋ ਕੀ ਸੀ ਸਰਕਾਰ ਦੇ ਵਿੱਚ ਆਉਣ ਦਾ, ਕਿ ਕਾਂਗਰਸ ਨੂੰ ਕੋਈ ਵੀ ਕੰਮ ਨਹੀਂ ਕਰਨ ਦੇਣਾ। ਠੀਕ ਹੈ, ਜਦੋਂ ਹੁਣ ਫਾਈਨਾਂਸ ਮਿਨਿਸਟਰੀ ਇਹ ਮੁਸਲਿਮ ਲੀਗ ਕੋਲ ਆ ਗਈ ਤਾਂ ਇਹ ਜਿਹੜੀ ਮਿਨਿਸਟਰੀ ਸੀ, ਕਾਂਗਰਸ ਦਾ ਕੋਈ ਵੀ ਕੰਮ ਸੀ ਉਹਦੇ ਵਾਸਤੇ ਪੈਸਾ ਸੈਂਕਸ਼ਨ ਨਹੀਂ ਕਰ ਰਹੀ ਸੀਗੀ। ਠੀਕ ਹੈ ਨਾ, ਉਹਦੀ ਕੋਈ ਨਾ ਕੋਈ ਬਹਾਨਾ ਲਾਉਂਦੀ ਸੀ ਵੀ ਪੈਸੇ ਹੈ ਨਹੀਂ, ਅਸੀਂ ਪੈਸੇ ਤੁਹਾਨੂੰ ਪਹਿਲਾਂ ਬਹੁਤ ਦਿੱਤੇ, ਐਂ ਕਰਤਾ ਉਹ ਕਰਤਾ। ਤਾਂ ਇਹ ਬਹੁਤ ਹੀ ਹਰ ਕੰਮ ਦੇ ਵਿੱਚ ਅੜਚਨ ਉਡਾ ਰਹੇ ਸੀਗੇ। ਕੌਣ, ਮੁਸਲਿਮ ਲੀਗ, ਬਿਕੋਜ਼ ਇਹਨਾਂ ਕੋਲੇ ਫਾਈਨਾਂਸ ਮਿਨਿਸਟਰੀ ਆ ਗਈ ਸੀਗੀ। ਕੌਣ ਸੀ ਮਿਨਿਸਟਰ ਜੀ, ਲਿਆਕਤ ਅਲੀ ਖਾਨ। ਧਿਆਨ ਰੱਖਣਾ ਜੀ, ਇੰਪੋਰਟੈਂਟ ਇਹ। ਹੋਰ ਇਹ ਵੀ ਨਹੀਂ ਯਾਦ ਕਰਨਾ, ਚੌਥਾ ਯਾਦ ਕਰਨਾ ਤੁਸੀਂ ਇਹ, ਜੋਗਿੰਦਰ ਨਾਥ ਮੰਡਲ, ਇਹਦੇ ਕੋਲੇ ਸੀਗਾ ਲਾਅ ਮਿਨਿਸਟਰੀ। ਇਹ ਬੰਦੇ ਦੀ ਇੱਕ ਚੀਜ਼ ਇੰਪੋਰਟੈਂਟ ਇਹ ਹੈ ਯਾਦ ਰੱਖਣ ਵਾਲੀ ਕਿ ਇਹ ਪਾਕਿਸਤਾਨ ਚਲਾ ਗਿਆ ਸੀ। ਦੇਖੋ ਠੀਕ ਹੈ, ਮੁਸਲਿਮ ਲੀਗ ਦਾ ਮੈਂਬਰ ਸੀਗਾ, ਜਦੋਂ ਪਾਕਿਸਤਾਨ ਬਣਿਆ ਪਾਕਿਸਤਾਨ ਚਲਾ ਗਿਆ ਸੀ ਇਹ। ਬਟ ਇਹ ਬੰਦਾ ਕੁਛ ਹੀ ਟਾਈਮ ਦੇ ਵਿੱਚ ਇੰਡੀਆ ਵਾਪਸ ਆ ਗਿਆ ਸੀਗਾ, ਕਿਉਂਕਿ ਉੱਥੇ ਇਸ ਨੇ ਦੇਖਿਆ ਕਿ ਹਿੰਦੂਜ਼ ਨਾਲ ਅਤਿਆਚਾਰ ਹੋ ਰਹੇ ਨੇ। ਹਿੰਦੂ ਆ, ਦੇਖੋ ਜੋਗਿੰਦਰ ਨਾਥ ਮੰਡਲ ਹਿੰਦੂ ਹੈਗਾ, ਅਤੇ ਆਪਾਂ ਕਹਿ ਸਕਦੇ ਕਿ ਬੈਕਵਰਡ ਕਲਾਸਿਸ ਤੋਂ ਬਿਲੋਂਗ ਕਰਦਾ ਇਹ, ਆਪਾਂ ਐਂ ਕਹਿ ਸਕਦੇ ਹਾਂ। ਠੀਕ ਹੈ, ਤਾਂ ਇਹ ਜਲਦੀ ਹੀ ਵਾਪਸ ਆ ਗਿਆ ਸੀਗਾ। ਤਾਂ ਇੱਥੋਂ ਅਸੀਂ ਤਾਂ ਥੋੜ੍ਹਾ ਯਾਦ ਰੱਖਣਾ ਇੰਪੋਰਟੈਂਟ ਬਣ ਜਾਂਦਾ ਹੈ ਕਿ ਪਹਿਲਾਂ ਇਹ ਮੁਸਲਿਮ ਲੀਗ ਦਾ ਮੈਂਬਰ ਸੀਗਾ ਅਤੇ ਪਾਕਿਸਤਾਨ ਵੀ ਚਲਾ ਗਿਆ ਸੀ। ਕਿਹੜਾ ਪੋਰਟਫੋਲੀਓ ਸੀ ਉਹਦੇ ਕੋਲੇ, ਲਾਅ ਮਿਨਿਸਟਰੀ ਸੀਗੀ। ਠੀਕ ਹੈ, ਕਾਨੂੰਨ ਮੰਤਰੀ ਸੀਗਾ ਇਹ। ਤਾਂ ਜਿਹੜੇ ਮੈਂ ਤੁਹਾਨੂੰ ਟਿੱਕਰ ਆਏ ਨੇ ਸਿਰਫ ਇਹੀ ਯਾਦ ਕਰਨੇ, ਬਾਕੀ ਯਾਦ ਨਹੀਂ ਕਰਨੇ ਹੈਗੇ। ਠੀਕ ਹੈ, ਵੱਲਭ ਭਾਈ ਪਟੇਲ ਹੋਮ ਮਿਨਿਸਟਰ, ਬਲਦੇਵ ਸਿੰਘ ਡਿਫੈਂਸ ਮਿਨਿਸਟਰੀ, ਗੋਪਾਲਾਚਾਰੀ ਐਜੂਕੇਸ਼ਨ, ਰਾਜਿੰਦਰ ਪ੍ਰਸਾਦ ਐਗਰੀਕਲਚਰ, ਲੇਬਰ, ਰੇਲਵੇ, ਫਾਈਨਾਂਸ ਅਤੇ ਲਾਅ, ਇਹ ਯਾਦ ਕਰਨੇ ਇਕੱਲੇ। ਠੀਕ ਹੈ, ਇਹ ਸੀ ਸਾਡੀ ਇੰਟਰਿਮ ਗਵਰਨਮੈਂਟ। ਠੀਕ ਹੈ, ਇਹ ਧਿਆਨ ਰੱਖਣਾ ਹੈ। ਇਹ ਹਲੇ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਆਪਾਂ, ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਆਜ਼ਾਦੀ ਤੋਂ ਬਾਅਦ ਵੀ ਸਾਡੀ ਸਰਕਾਰ ਬਣੂਗੀ, ਉਹ ਅਸੀਂ ਡਿਫਰੈਂਟ ਤੋਂ ਪੜ੍ਹਾਂਗੇ ਆਜ਼ਾਦੀ ਤੋਂ ਬਾਅਦ। ਠੀਕ ਹੈ, ਆਫਟਰ ਇੰਡੀਪੈਂਡੈਂਸ ਜਿਹੜੀ ਸਰਕਾਰ ਬਣੂਗੀ ਉਹ ਵੀ ਪੜ੍ਹਾਂਗੇ, ਉਹ ਵੀ ਇੰਪੋਰਟੈਂਟ ਹੈਗੀ, ਉਹਨਾਂ ਦੀਆਂ ਮਿਨਿਸਟਰੀਆਂ ਵੀ ਇੰਪੋਰਟੈਂਟ ਨੇ। ਠੀਕ ਹੈ, ਹੁਣ ਥੋੜ੍ਹਾ ਜਿਹਾ ਰਿਵਿਊ ਮੈਂ ਤੁਹਾਨੂੰ ਦੁਬਾਰਾ ਦੇ ਦਿੰਦਾ। ਇਹ ਦੋਨੇ ਚੀਜ਼ਾਂ ਜਿਹੜੀਆਂ ਸੀਗੀਆਂ, ਇੰਟਰਿਮ ਗਵਰਨਮੈਂਟ ਅਤੇ ਕੌਂਸਟੀਟਿਊਐਂਟ ਅਸੈਂਬਲੀ, ਇਹ ਦੋਨੇ ਚੀਜ਼ਾਂ ਕੈਬਨਿਟ ਮਿਸ਼ਨ ਪਲਾਨ ਦੇ ਦੁਆਰਾ ਆਈਆਂ ਸੀਗੀਆਂ। ਕੈਬਨਿਟ ਮਿਸ਼ਨ ਪਲਾਨ ਨੇ ਕਿਹਾ ਸੀ ਵੀ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇਗੀਆਂ, ਤਾਂ ਕਰਕੇ ਅਸੀਂ ਬਣਾਈਆਂ। ਜਿਹੜੀ ਮੁਸਲਿਮ ਲੀਗ ਸੀ ਉਹਨੇ ਅਸੈਂਬਲੀ ਨੂੰ ਤਾਂ ਬਾਈਕਾਟ ਕਰਤਾ, ਬਟ ਗਵਰਨਮੈਂਟ ਦੇ ਵਿੱਚ ਪਾਰਟਿਸਿਪੇਟ ਕਰ ਲਿਆ ਕਿਉਂਕਿ ਉਸ ਨੂੰ ਮੰਤਰਾਲਾ ਦਿਖ ਰਹੇ ਸੀਗੇ। ਠੀਕ ਹੈ, ਫਾਈਨਾਂਸ ਮਿਨਿਸਟਰੀ ਦਿਖ ਰਹੀ ਸੀ, ਲਾਅ ਮਿਨਿਸਟਰੀ ਦਿਖ ਰਹੀ ਸੀ, ਇਸ ਕਰਕੇ ਸਰਕਾਰ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਨੇ। ਠੀਕ ਹੈ, ਬਾਕੀ ਤੁਹਾਨੂੰ ਮੈਂ ਦੱਸਿਆ ਪੋਲਿਟੀ ਦੇ ਵਿੱਚ ਇੱਕ ਚੈਪਟਰ ਆਉਂਦਾ ਮੇਕਿੰਗ ਦਾ ਕੌਂਸਟੀਟਿਊਸ਼ਨ। ਠੀਕ ਹੈ, ਉਸ ਦੇ ਵਿੱਚ ਅਸੀਂ ਬਹੁਤ ਅੱਛੀ ਤਰ੍ਹਾਂ ਪੜ੍ਹਾਂਗੇ ਇਹ ਚੀਜ਼ਾਂ। ਬਾਕੀ ਮੈंने ਇੱਥੇ ਵੀ ਕਾਫੀ ਅੱਛੀ ਤਰ੍ਹਾਂ ਕਲੈਰਿਟੀ ਕਰਤੀ ਆਈ ਹੋਪ, ਅਤੇ ਹੋਰ ਜ਼ਿਆਦਾ ਕਲੈਰਿਟੀ ਤੁਹਾਨੂੰ